ਨਵਾਂ ਸੰਸਦ ਭਵਨ ਨਵੀਂ ਪਾਰਲੀਮੈਂਟ ਬਿਲਡਿੰਗ ਜਿਹੜੀ ਆ ਉਹ ਕੰਪਲੀਟ ਹੋ ਗਈ ਆ ਔਰ ਉਹਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ 28 ਮਈ ਨੂੰ ਕਰਨ ਜਾ ਰਹੇ ਨੇ। ਇਸ ਬਿਲਡਿੰਗ ਦੇ ਉੱਪਰ ਆਲਮੋਸਟ 1200 ਕਰੋੜ ਰੁਪਏ ਦਾ ਖਰਚ ਹੋਇਆ ਵਾ। ਨਵੀਂ ਬਿਲਡਿੰਗ ਦੇ ਉਦਘਾਟਨ ਤੋਂ ਪਹਿਲਾਂ ਹੀ ਇੱਕ ਬੜਾ ਵੱਡਾ ਵਿਵਾਦ ਖੜਾ ਹੋ ਗਿਆ ਵਾ। 19 ਰਾਸ਼ਟਰੀ ਪਾਰਟੀਆਂ ਨੇ ਫੈਸਲਾ ਕੀਤਾ ਵਾ, ਰਾਸ਼ਟਰੀ ਤੇ ਸਟੇਟ ਪਾਰਟੀਆਂ ਨੇ ਫੈਸਲਾ ਕੀਤਾ ਵਾ ਕਿ ਉਹ ਇਸ ਉਦਘਾਟਨੀ ਸਮਾਰੋਹ ਦਾ ਬਾਈਕਾਟ ਕਰਨਗੇ ਔਰ ਪਾਰਲੀਮੈਂਟ ਦਾ ਮੁਖੀ ਜਿਹੜਾ ਉਹ ਵੀ ਰਾਸ਼ਟਰਪਤੀ ਹੁੰਦਾ, ਕਿਉਂਕਿ ਰਾਸ਼ਟਰਪਤੀ ਹੀ ਪਾਰਲੀਮੈਂਟ ਨੂੰ ਬੈਠਣ ਦਾ ਸੱਦਾ ਦਿੰਦਾ, ਉਹਨੂੰ ਉਠਾਉਣ ਦਾ ਦੇ ਹੁਕਮ ਜਾਰੀ ਕਰਦੇ। ਸੋ ਇਸ ਕਰਕੇ ਇਹਦੀ ਇਨੋਗਰੇਸ਼ਨ ਜਿਹੜੀ ਆ ਉਹ ਰਾਸ਼ਟਰਪਤੀ ਨੂੰ ਕਰਨੀ ਚਾਹੀਦੀ ਹੈ, ਨਾ ਕਿ ਪ੍ਰਧਾਨ ਮੰਤਰੀ ਨੂੰ। ਸ਼ਾਨਦਾਰ ਬਿਲਡਿੰਗ ਬਣੀ ਆ, ਲੇਕਿਨ ਵਿਰੋਧੀ ਧਿਰ ਜਿਹੜੇ ਨੇ ਉਹ ਉਦਘਾਟਨੀ ਸਮਾਰੋਹ ਦਾ ਬਾਈਕਾਟ ਕਰ ਰਹੇ ਨੇ। ਅੱਜ ਆਪਾਂ ਗੱਲ ਕਰਾਂਗੇ ਕਿ ਇਹ ਬਾਈਕਾਟ ਜਿਹੜਾ ਵਾ ਕਿੰਨਾ ਕੁ ਜਾਇਜ਼ ਆ, ਕੀ ਵਿਰੋਧੀ ਧਿਰਾਂ ਦੀ ਗੱਲ ਸਹੀ ਆ। ਸਰ ਵਿਵਾਦ ਦੋਨਾਂ ਗੱਲਾਂ ਤੇ ਹੀ ਹੈ। ਇੱਕ ਤਾਂ ਵੀ ਸਾਬਰਕਾਰ ਦੇ ਜਨਮ ਦਿਨ ਤੇ ਜਦੋਂ ਕਿ ਹਾਲਾਂਕਿ ਉਹ ਟੋਡੀ ਬਣ ਕੇ ਆਪਣੇ ਬਰਤਾਨੀਆ ਦਾ ਆਪਣੇ ਢੋਲੀ ਚੁੱਕ ਬਣ ਗਿਆ ਸੀ ਤੇ ਭਗਤ ਸਿੰਘ ਹੋਣੀ ਸਰਾਭੇ ਹੋਣੀ ਸ਼ਹੀਦੀਆਂ ਰਹਿ ਗਏ। ਇਹ ਜਨਮ ਦਿਨ ਤੇ ਹੀ ਰੱਖਣਾ ਸੀ। ਸੰਧੂ ਸਾਹਿਬ ਰਾਸ਼ਟਰਪਤੀ ਨੂੰ ਤਾਂ ਇੱਕ ਮੈਡਲ ਤੇ ਤਗਮੇ ਨੇ ਤੇ ਰੱਖ ਲਿਆ, ਇਹਨਾਂ ਨੇ ਰੱਖਿਆ ਹੋਇਆ ਬਸ ਉੱਥੇ ਉਹ ਦਪਾ ਤੇ ਉਸ ਤੋਂ ਬਾਅਦ ਕੌਣ ਪੁੱਛਦਾ। ਚਲੋ ਮੈਂ ਮੰਨਦਾ ਵੀ ਇਹ ਠੀਕ ਹੈ, ਬਾਈਕਾਟ ਇਹਨਾਂ ਦਾ ਚਲੋ ਕੀਤਾ, ਰੋਸ ਹੈ, ਪਰ ਕਾਂਗਰਸ ਮੌਕੇ ਵੀ ਕੀ ਹੋਇਆ ਸੀ। ਦੋ ਹੀ ਆਪਣੇ ਪਾਰਟੀ ਦੀਆਂ ਸਰਕਾਰਾਂ ਆਈਆਂ ਮੇਨ 1984 ਵਿੱਚ ਗਿਆਨੀ ਜੈਲ ਸਿੰਘ ਨੂੰ ਕਿੰਨਾ ਪੁੱਛਿਆ ਗਿਆ ਸੀ। ਇਹ ਦੂਜਾ ਸੰਧੂ ਸਾਹਿਬ ਹੈਰਾਨੀ ਵਾਲੀ ਗੱਲ ਨਹੀਂ, ਸਾਡੀ ਰਾਜਨੀਤਿਕ ਲੋਕਾਂ ਦੀ ਫਿਤਰਤ ਹੀ ਇਹੋ ਜਿਹੀ ਹੈ। ਇਹਨਾਂ ਨੇ ਇੱਕ ਪ੍ਰਕਿਰਿਆ ਹੀ ਇਹੋ ਜਿਹੀ ਬਣਾ ਲਈ ਹੈ ਵੀ ਆਪਦਾ ਹੀ ਉਹ ਸੁਧਾ ਰੱਖਣਾ ਹੈ, ਸਥਾਨਕ ਅਹੁਦੇ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ। ਆਪਣੇ ਫੋਟੋ ਦਿਖਾ ਰਹੇ ਵੀਰ ਸਵਰਕਰ ਦੀ, ਤੇ ਇਹ ਤਾਂ ਵੀਰ ਸਵਰਕਰ ਦਾ ਮਾਫੀਆਂ ਮੰਗ ਕੇ ਤੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ ਕੇ ਤੇ ਮਤਲਬ ਮਾਫੀ ਮੰਗਦਾ ਸੀਗਾ ਵੀ ਮੈਨੂੰ ਛੱਡੋ ਜੇਲ੍ਹ ਚੋਂ, ਤੇ ਉਹਦੇ ਨਾਂ ਤੇ ਉਦਘਾਟਨ ਕਰ ਰਹੇ। ਕਮਾਲ ਹੋ ਗਈ। ਹੁਣ ਵੇਖੋ ਅਕਾਲੀ ਦਲ ਵਿੱਚ ਅਮਲ ਹੋ ਗਿਆ ਤੇ ਉਦਾਂ ਉਹ ਵਿਰੋਧੀ ਹੁਣ ਚੰਗੀ ਗੱਲ ਹੈ ਜੀ, ਵਧੀਆ ਵਧਾਈ ਦੇ ਪਾਤਰ ਆ। ਬਾਕੀ ਰਾਜਨੀਤੀ ਦੇ ਸਾਰੇ ਕਰਨੇ ਡਏ ਆ, ਕਿਹਦੇ ਨਾਂ ਤੇ ਕੀ ਕਰਨਾ, ਕਿਹਦੇ ਨਾਂ ਤੇ ਕਦੋਂ ਕੀ ਕਰਨਾ। ਸੰਧੂ ਸਾਹਿਬ ਮੈਨੂੰ ਪੂਰੀ ਜਾਣਕਾਰੀ ਨਹੀਂ, ਮੈਨੂੰ ਲੱਗਦਾ ਵੀ ਇਹਨਾਂ ਰਾਸ਼ਟਰਪਤੀ ਨੂੰ ਨਹੀਂ ਬੁਲਾਇਆ। ਜਦੋਂ ਤੁਸੀਂ ਏਕਰੀ ਦਾ ਉੱਚੇ ਉਹਦੇ ਤੇ ਭਾਗ ਲੈਂਦੇ ਜੇ ਵੀ ਅਸੀਂ ਤਾਂ ਉਹਦਾ ਤੁਸੀਂ ਸਤਿਕਾਰ ਬੜਾ ਕਰਦੇ ਆ ਨੀਵੀਆਂ ਜਾਤੀਆਂ ਦਾ, ਤੇ ਜੇ ਇਸ ਮੌਕੇ ਤੇ ਨੀਵੀਂ ਜਾਤੀ ਵਾਲਾ ਬੰਦਾ ਕੋਈ ਆਜੂ ਤੇ ਫਿਰ ਕੀ ਫਰਕ ਹੈ। ਸੰਧੂ ਸਾਹਿਬ ਇਹ ਸਾਵਰਕਰ ਸਾਹਿਬ ਵੀਰ ਕਰਦੇ ਬਣ ਗਏ। He gave a written apology to the British. He could not withstand when he was sent to Andaman jail. He could not withstand the rigors over there. ਇਹ ਦੇਖੋ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੋਣੀ ਚਾਹੀਦੀ ਹੈ, ਉਹਨੂੰ ਵੀਰ ਕਹਿਣਾ ਗਲਤ ਹੈ। ਜਿਹੜਾ ਬੰਦਾ ਰਿਟਨ ਅਪੋਲੋਜੀ ਦਿੰਦਾ ਬ੍ਰਿਟਿਸ਼ ਨੂੰ ਤੇ ਬ੍ਰਿਟਿਸ਼ ਦਾ ਇਨਫਾਰਮਰ ਬਣ ਜਾਂਦਾ ਹੈ, ਬਿਕਾਜ਼ ਹੀ ਕੁਡ ਨਾਟ ਵਿਥਸਟੈਂਡ ਦ ਰਿਗਰਸ ਆਫ ਅੰਡੇਮਾਨ ਨਿਕੋਬਾਰ ਆਇਲੈਂਡ ਜੇਲ। ਨਮਸਕਾਰ, ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ। ਮੈਂ ਹਾਂ ਕੰਵਰ ਸੰਧੂ। ਇਸ ਵੇਲੇ ਨਾਰਥ ਅਮਰੀਕਾ 'ਚ ਹੈ ਬੁੱਧਵਾਰ ਦੀ ਸ਼ਾਮ, ਭਾਰਤ 'ਚ ਵੀਰਵਾਰ ਦੀ ਸਵੇਰ, ਨਾਨਕਸ਼ਾਹੀ ਸੰਮਤ 555 ਜੇਠ ਦੀ 11 ਤਰੀਕ ਹੈ ਔਰ ਤੁਸੀਂ ਦੇਖ ਰਹੇ ਜੇ ਹੈਲੋ ਗਲੋਬਲ ਪੰਜਾਬ, ਜਿਸ ਵਿੱਚ ਅਸੀਂ ਪੰਜਾਬ ਦੇ, ਮੁਲਕ ਦੇ ਔਰ ਦੁਨੀਆ ਭਰ ਦੇ ਪੱਖ ਦੇ ਮਸਲੇ ਜਿਹੜੇ ਨੇ, ਕਰੰਟ ਅਫੇਅਰਸ, ਉਹਨਾਂ 'ਤੇ ਵਿਚਾਰ ਚਰਚਾ ਕਰਦੇ ਹਾਂ। ਅੱਜ ਆਪਾਂ ਇਸ ਸ਼ੋਅ ਦੇ ਵਿੱਚ ਇੱਕ ਅਹਿਮ ਰਾਸ਼ਟਰੀ ਮਸਲੇ 'ਤੇ ਗੱਲ ਕਰਨੀ ਆ। ਨਵਾਂ ਸੰਸਦ ਭਵਨ ਨਵੀਂ ਪਾਰਲੀਮੈਂਟ ਬਿਲਡਿੰਗ ਜਿਹੜੀ ਆ ਉਹ ਕੰਪਲੀਟ ਹੋ ਗਈ ਆ ਔਰ ਉਹਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ 28 ਮਈ ਨੂੰ ਕਰਨ ਜਾ ਰਹੇ ਨੇ। ਇਸ ਬਿਲਡਿੰਗ ਦੇ ਉੱਪਰ ਆਲਮੋਸਟ 1200 ਕਰੋੜ ਰੁਪਏ ਦਾ ਖਰਚ ਹੋਇਆ ਵਾ। ਇਹਦੀ ਲੋੜ ਇਸ ਕਰਕੇ ਪਈ ਕਿਉਂਕਿ ਜਿਹੜੀ ਪੁਰਾਣੀ ਪਾਰਲੀਮੈਂਟ ਬਿਲਡਿੰਗ ਸੀ ਉਹ ਆਲਮੋਸਟ 100 ਸਾਲ ਪੁਰਾਣੀ ਹੋ ਗਈ ਆ, ਥਾਂ ਘੱਟ ਪੈ ਰਹੀ ਆ ਔਰ ਇਸ ਕਰਕੇ ਸਾਰੇ ਮੈਂਬਰ ਪਾਰਲੀਮੈਂਟ, ਹੁਣ ਅਗਲੇ ਦਿਨਾਂ 'ਚ ਹੋਰ ਮੈਂਬਰ ਪਾਰਲੀਮੈਂਟ ਵਧਣਗੇ ਵੀ, ਉਹ ਸਾਰਿਆਂ ਨੂੰ ਅਕੋਮੋਡੇਟ ਕਰਨ ਵਾਸਤੇ ਨਵੀਂ ਬਿਲਡਿੰਗ ਜਿਹੜੀ ਹੈ ਇਹ ਬਣਾਈ ਗਈ ਹੈ। ਲੇਕਿਨ ਨਵੀਂ ਬਿਲਡਿੰਗ ਦੇ ਉਦਘਾਟਨ ਤੋਂ ਪਹਿਲਾਂ ਹੀ ਇੱਕ ਬੜਾ ਵੱਡਾ ਵਿਵਾਦ ਖੜਾ ਹੋ ਗਿਆ ਵਾ। 19 ਰਾਸ਼ਟਰੀ ਪਾਰਟੀਆਂ ਨੇ
फैसला किया वा, राष्ट्रीय ते स्टेट पार्टियां ने फैसला किया वा कि वो इस उद्घाटनी समारोह का बाईकॉट करनगे। वजह उन्हों का मनना वा कि इसका उद्घाटन प्राइम मिनिस्टर मोदी नूं नहीं, राष्ट्रपति श्रीमती द्रौपदी मुर्मू नूं करना चाहिए, क्योंकि संविधान मुताबक, संविधान की धारा 74 मुताबक मुल्क का मुखी जिहड़ा वा वो राष्ट्रपति हुंदा और पार्लीमेंट का मुखी जिहड़ा वो भी राष्ट्रपति हुंदा, क्योंकि राष्ट्रपति ही पार्लीमेंट नूं बैठण का सद्दा दिंदा, उन्होंने उठाउण दा दे हुक्म जारी करते। सो इस करके इहदी इनॉग्रेशन जिहड़ी आ वो राष्ट्रपति नूं करनी चाहिए है, ना कि प्रधानमंत्री नूं। ये विरोधी धिरां दा दी मंग आ। उन्होंने ये भी इतराज़ किया वा कि 28 मई जिस दिन इसका उद्घाटन किया जा रहा वा वो हिंदुत्व हितैषी वीर सावरकर का 140वां जन्मदिन दिहाड़ा वा। उन्होंने मनना वा कि वीर सावरकर का कोई बहुत वड्डा मुल्क की आज़ादी च योगदान नहीं, सगों उस शख्स ने पहलों अंग्रेज़ों के खिलाफ आवाज़ उठाई, फिर अंग्रेज़ों तो माफ़ी मंगी, एक बारी नहीं कई बार माफ़ी मंगी, और बहुत सारे यहो जे फ्रीडम फाइटर्स ने जिन्हों ने अपनी जान भी मुल्क खातर गवा ली। सो यदा दिन भी कोई होर चुनना चाहिए सी, ना कि वीर सावरकर का जन्मदिन। इस तरह दियां मसलियां नूं लैके विवाद खड़ा होया। इनफैक्ट ਜਦੋਂ ਇਹ ਇਨੋਗ੍ਰੇਸ਼ਨ इस बिल्डिंग के फाउंडेशन स्टोन ले होया 2020 ਦੇ ਵਿੱਚ, ਉਸ ਵੇਲੇ कोविड का टाइम सी, उदों भी विरोधी धिरां ने कहा कि पहली गल तो इहो जे नवीं बिल्डिंग की लोड़ नहीं, इन्ने पैसा बर्बाद करने की लोड़ नहीं, और दूसरा कोविड के टाइम पर ਇਹਦੀ शुरुआत क्यों की जाए। नवीं बिल्डिंग जिहड़ी आ ऑलमोस्ट ਇਹਦੇ 'ਚ लोक सभा के 888 मैंबर बैठ सकणगे, राज्य सभा के 300 मैंबर, जॉइंट सिटिंग वास्ते ऑलमोस्ट 1280 या 1300 मैंबर ਇਹਦੇ 'ਚ अकोमोडेट हो सकणगे। शानदार बिल्डिंग बनी है, लेकिन विरोधी धिर जिहड़े ने वो उद्घाटनी समारोह का बाईकॉट कर रहे हैं। अज आपां गल करांगे कि ये बाईकॉट जिहड़ा वा किन्ना कि जायज़ है, कि विरोधी धिरां दी गल सही है, जे सही भी है तो की उन्हां नूं उद्घाटनी समारोह का बाईकॉट करना सही है, कि ये लोकतांत्रिक परंपरावां के खिलाफ है बाईकॉट। ठीक है, उन्होंने अपना विरोध जताता, लेकिन उन्होंने इस इनोग्रेशन दे विच हिस्सा नहीं लेना चाहिए। इहो ਜਿਹੇ मसलियां के उपर आपां अज विचार चर्चा करांगे। जिहड़ियां 19 पार्टियां ने उद्घाटनी समारोह का बाईकॉट करने का फैसला लिया, उहदे च कांग्रेस, TMC, DMK, आम आदमी पार्टी, ये पार्टियां और होर भी टोटल 19 पार्टियां शामिल ने। भाजपा, अन्ना DMK, ADMK, अकाली दल, ये पार्टियां इस समारोह के हिस्सा लै रही हैं। सो कौन सही कौन गलत, ये उपर असी विचार चर्चा करांगे। बहुत अहम राष्ट्रीय मसला वा और एक नैशनल इशू इस वेले बनया होया वा। मैं दसना चाहना वा कि 1200 करोड़ के करीब इस बिल्डिंग के उपर खर्च होया वा, और ये बिल्डिंग जिहड़ी आ बड़ी शानदार बिल्डिंग बनी आ। और अमित शाह गृह मंत्री का कहना वा कि असीं सारिआं नूं सद्दा दिता, जे कोई अटेंड करना नहीं अटेंड करना उन्हां दी मर्जी आ। और भाजपा ने भी कहा कि पहलों भी बहुत सारे इहो जे बिल्डिंग्स जिहड़ियां पार्लीमेंट दीयां बिल्डिंग्स आ या विधान सभा दीयां बिल्डिंग्स आ, उन्हां दी इनॉग्रेशन मुख मंत्री या प्रधानमंत्री वालों की गई है। उन्होंने दस्सिया 1975 दे विच पार्लीमेंट एनेक्सी का उद्घाटन उदों दी प्रधानमंत्री इंदिरा गांधी ने किया। 1987 च पार्लीमेंट लाइब्रेरी का उद्घाटन राजीव गांधी ने किया। डॉक्टर मनमोहन सिंह ने और सोनिया गांधी ने मणिपुर ते तमिलनाडु के जिहड़ियां विधान सभा कंपलैक्स सी उन्हां दा उद्घाटन 2010-11 दे विच भी कीता सी। सो हुण ये विरोध क्यों, ये भाजपा का कहना वा, लेकिन कांग्रेस नेतावां दा और विरोधी धिरां दा कहना वा कि जिस तरीके नाल नरेंद्र मोदी की अगवाई हेठ पार्लीमेंट की कारगुजारी चल रही है, वो इंज लग रहा भी जिहड़ा लोकतंत्र की जिहड़ी रूह आ उहनूं चूस लिया गया वा। सो जिहड़ियां विरोधी धिरां वा वो 28 मई का जिहड़ा उद्घाटनी समारोह उहदे च हिस्सा नहीं लै रही। की ये सही है? विल टेक द फर्स्ट कॉल। हेलो सत श्री अकाल। सत श्री अकाल शेर सिंह जी। सतू सर, विवाद दोनों गल्लां ते ही है। एक तां भी सावरकर के जन्मदिन ते ਜਦੋਂ कि हालांकि वो टोडी बन के अपने बरतानिया का अपने ढोली चुक बन गया सी ते भगत सिंह हुणी सराबे हुणी शहीदियां रह गए। ये जन्मदिन ते ही रखना सी, सिंह सराबे का हुणे जन्मदिन ना चेजिया तो उदों रख लेंदे। गल तो यह भी विवाद तो हैगा। ते दूजा जे आपां करिए संविधानक शब्द अपने दी गल
ਉਹਦੇ ਦੀ ਸੰਵਿਧਾਨਕ ਤੌਰ ਤੇ ਤਾਂ ਰਾਸ਼ਟਰਪਤੀ ਦਾ ਉੱਚਾ ਉਹਦਾ ਹੈਗਾ ਹੀ ਆ, ਪਰ ਇਹ ਸਨਮਾਨ ਕਿੰਨਾ ਕੁ ਦਿੰਦੇ ਆ ਇਹ ਦੇਖਿਆ ਜਾਊ। ਸਾਰੀਆਂ ਸਰਕਾਰਾਂ ਹੀ ਐਂ ਕਰਦੀਆਂ। ਸੰਧੂ ਸਾਹਿਬ ਰਾਸ਼ਟਰਪਤੀ ਨੂੰ ਤਾਂ ਇੱਕ ਮੈਡਲ ਤੇ ਤਗਮੇ ਨੇ ਤੇ ਰੱਖ ਲਿਆ, ਇਹਨਾਂ ਨੇ ਰੱਖਿਆ ਹੋਇਆ ਹੈ ਬਸ ਉੱਥੇ, ਉਹ ਦਪਾ ਤੇ ਉਸ ਤੋਂ ਬਾਅਦ ਕੌਣ ਪੁੱਛਦਾ? ਚਲੋ ਮੈਂ ਮੰਨਦਾ ਵੀ ਇਹ ਠੀਕ ਆ, ਬਾਈਕਾਟ ਇਹਨਾਂ ਦਾ ਚਲੋ ਕੀਤਾ, ਰੋਸ ਹੈ, ਪਰ ਕਾਂਗਰਸ ਮੌਕੇ ਵੀ ਕੀ ਹੋਇਆ ਸੀ? ਦੋ ਹੀ ਆਪਣੇ ਪਾਰਟੀ ਦੀਆਂ ਸਰਕਾਰਾਂ ਆਈਆਂ ਮੇਨ। 1984 ਵਿੱਚ ਗਿਆਨੀ ਜੈਲ ਸਿੰਘ ਨੂੰ ਕਿੰਨਾ ਕੁ ਪੁੱਛਿਆ ਗਿਆ ਸੀ ਜਦੋਂ ਦੂਜਾ ਹਰਮਿੰਦਰ ਸਾਹਿਬ ਤੇ ਹਮਲਾ ਹੋਇਆ, ਫਿਰ ਜਿਹੜੇ ਦੂਜਾ ਰਾਈਟਸ ਆਪਾਂ ਕਹਿ ਲਓ ਜੈਨੋਸਾਈਡ ਹੋਇਆ ਦੂਜੇ ਦਿੱਲੀ 'ਚ, ਉਹਦੇ ਤੇ ਕਿੰਨਾ ਗਿਆਨੀ ਜੈਲ ਸਿੰਘ ਬੈਠਾ ਦੇਖਦਾ ਰਿਹਾ, ਆਪਦੇ ਹੀ ਭਾਈਚਾਰੇ ਦੇ ਲੋਕਾਂ ਦੇ ਆਪਣੇ ਗਲਾਂ 'ਚ ਟਾਇਰ ਪਾ ਕੇ ਸਾੜੇ ਗਏ। ਸੋ ਇਹ ਮੈਂ ਕਹੂੰਗਾ ਕੋਈ ਬੜਾ ਹੈਰਾਨੀ ਵਾਲੀ ਗੱਲ ਨਹੀਂ, ਪਰ ਜੇ ਦੇਖਿਆ ਜਾਵੇ ਪੰਜਾਬ 'ਚ ਜਿਹੜਾ ਮੁੱਖ ਮੰਤਰੀ ਹੈ ਆਪਣਾ ਭਗਵੰਤ ਮਾਨ, ਉਹ ਗਵਰਨਰ ਨਾਲ ਮਿਹਣੋ ਮਿਹਣੇ ਹੋਈ ਜਾਂਦਾ, ਉਹਦਾ ਵੀ ਉੱਚਾ ਹੈਗਾ ਸਨਮਾਨਤ, ਤੇ ਦਿੱਲੀ 'ਚ ਗਵਰਨਰ ਨਾਲ ਹੋਈ ਜਾਂਦੇ ਆ, ਤੇ ਭਾਜਪਾ ਇਹ ਰਾਸ਼ਟਰਪਤੀ ਨੇ। ਸੋ ਮੈਂ ਕਹੂੰਗਾ ਇਹ ਦੂਜਾ ਸੰਧੂ ਸਾਹਿਬ ਹੈਰਾਨੀ ਵਾਲੀ ਗੱਲ ਨਹੀਂ, ਸਾਡੀ ਰਾਜਨੀਤਿਕ ਲੋਕਾਂ ਦੀ ਫਿਤਰਤ ਹੀ ਇਹੋ ਜਿਹੀ ਹੈ, ਇਹਨਾਂ ਨੇ ਇੱਕ ਪ੍ਰਕਿਰਿਆ ਹੀ ਇਹੋ ਜਿਹੀ ਬਣਾ ਲਈ ਹੈ ਵੀ ਆਪਦਾ ਹੀ ਉਹ ਸੁਧਾ ਰੱਖਣਾ ਹੈ, ਸੰਵਿਧਾਨਕ ਅਹੁਦੇ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ। ਉਹਦੇ ਤਾਂ ਇਹ ਬਿਲਕੁਲ ਹੀ ਮੇਰੇ ਖਿਆਲ ਨਹੀਂ ਰੱਖਦੇ, ਇਹ ਮੰਦਭਾਗਾ ਹੈ। ਬਾਕੀ ਗੱਲ ਬਾਕੀ ਉਹਨੂੰ ਜੇ ਇਹਨਾਂ ਦਾ ਚਿਹਰਾ ਇੱਕ ਹੋਰ ਵੀ ਨੰਗਾ ਹੁੰਦਾ ਸੰਧੂ ਸਾਹਿਬ, ਜਿਹੜੀ ਉਹ ਰਾਸ਼ਟਰਪਤੀ ਆ ਲੇਡੀ ਆ ਰਾਈਟ, ਇਹ ਹੈਵੀ ਦਲਿਤ ਬਾਰੇ, ਫਿਰ ਇਹ ਕਿੱਥੇ ਦਾਅਵੇ ਕਰਦੇ ਆ ਲੇਡੀ ਦੇ ਦਲਿਤ ਜਾਂ ਭਾਈਚਾਰੇ ਨੂੰ ਸਨਮਾਨਿਤ ਕਰਨ ਦਾ, ਜਾਂ ਉਹਨਾਂ ਨੂੰ ਰਿਸਪੈਕਟ ਦੇਣ ਦਾ, ਜਾਂ ਰੁਤਬਾ ਦੇਣ ਦਾ? ਇਹ ਮੇਰੇ ਖਿਆਲ ਇਹ ਵੀ ਇਹਨਾਂ ਦਾ ਦਾਅਵਾ ਝੂਠਾ ਹੁੰਦਾ ਸੰਧੂ ਸਾਹਿਬ, ਇੰਨਾ ਹੀ ਕਹੂੰਗਾ ਬਸ। ਮਿਹਰਬਾਨੀ। ਸਾਰੀਆਂ ਹੀ ਪਾਰਟੀਆਂ ਵਿੱਚ ਭਾਜਪਾ ਵੀ ਸ਼ਾਮਿਲ ਆ, ਪਹਿਲੋਂ ਕਾਂਗਰਸ ਵੀ ਸ਼ਾਮਿਲ ਸੀ, ਇੱਥੇ ਪੰਜਾਬ 'ਚ ਆਪ ਵੀ ਸ਼ਾਮਿਲ ਆ, ਜਿਹੜੇ ਸੰਵਿਧਾਨਿਕ ਉੱਚ ਅਹੁਦੇ ਨੇ ਉਹਨਾਂ ਦਾ ਉਹ ਸਨਮਾਨ ਨਹੀਂ ਕਰਦੇ। ਇਹ ਸ਼ੇਰ ਸਿੰਘ ਗਿੱਲ ਦਾ ਵਿਚਾਰ ਹੈ। ਡਾਕਟਰ ਮਲਕੀਤ ਮਾਨ ਮਿਰਜਿਆਣਾ, ਜੈ ਪ੍ਰਕਾਸ਼ ਗੋਰਾ, ਮਨਮੋਹਨ ਸਿੰਘ ਤੂਰ ਤੇ ਲਾਲ ਸਿੰਘ ਸਾਡੇ ਨਾਲ ਫੇਸਬੁੱਕ ਤੇ ਜੁੜ ਗਏ ਨੇ, ਉਹਨਾਂ ਦਾ ਸਵਾਗਤ ਹੈ। ਮਨਮੋਹਨ ਸਿੰਘ ਤੂਰ ਕਹਿ ਰਹੇ ਨੇ ਬਾਈਕਾਟ ਬਿਲਕੁਲ ਸਹੀ, ਜਨਤਾ ਦੇ ਪੈਸੇ ਦੀ ਦੁਰਵਰਤੋਂ, ਇਹ ਉਹਨਾਂ ਦਾ ਮੰਨਣਾ ਵਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਮੇਰੀ ਕਾਲ ਹੈ ਜੀ? ਹਾਂਜੀ, ਤੁਹਾਡੀ ਕਾਲ ਭਾਈ ਸਾਹਿਬ। ਹਾਂ, ਜਗਰਾਜ ਗਿੱਲ ਜੀ ਵੈਸੇ ਤੋਂ ਜੀ, ਤੁਹਾਡਾ ਪੁਰਾਣਾ ਫਾਲੋਅਰ। ਹਾਂਜੀ ਜਗਰਾਜ ਗਿੱਲ ਜੀ, ਸਵਾਗਤ ਹੈ ਸ਼ੋਅ ਦੇ ਵਿੱਚ। ਆਪਣੇ ਫੋਟੋ ਦਿਖਾ ਰਹੇ ਵੀਰ ਸਵਰਕਰ ਦੀ, ਤੇ ਇਹ ਤਾਂ ਵੀਰ ਸਵਰਕਰ ਤਾਂ ਮਾਫੀਆਂ ਮੰਗ ਕੇ ਤੇ ਅੰਗਰੇਜ਼ਾਂ ਨੂੰ ਚਿੱਠੀਆਂ ਲਿਖ ਕੇ ਤੇ ਮਤਲਬ ਮਾਫੀ ਮੰਗਦਾ ਸੀਗਾ ਵੀ ਮੈਨੂੰ ਛੱਡੋ ਜੇਲ੍ਹ ਚੋਂ, ਤੇ ਉਹਦੇ ਨਾਂ ਤੇ ਉਦਘਾਟਨ ਕਰ ਰਹੇ, ਕਮਾਲ ਹੋ ਗਈ। ਹਾਂਜੀ, ਤੇ ਪਹਿਲਾ ਪਾਰਲੀਮੈਂਟ ਭਵਨ ਉਹਨੂੰ ਕੀ ਹੋਇਆ ਸੀ? ਇਹਦੇ ਚੋਂ ਖੋਜ ਕਰੋ ਹੈ ਕੋਈ ਇਹੋ ਜਿਹੀ ਵਿਜੀਲੈਂਸ ਡਿਪਾਰਟਮੈਂਟ ਹੋਏ ਜਿਹੜਾ ਲੱਭੇ ਵੀ ਕਿੰਨਾ ਪੈਸਾ ਇਹਦੇ ਚੋਂ ਖਾਧਾ। ਨਹੀਂ, ਉਹਦੇ 'ਚ ਪ੍ਰੋਬਲਮ ਇਹ ਆ, ਉਹਦੇ 'ਚ ਜਗਰਾਜ ਗਿੱਲ ਜੀ ਪ੍ਰੋਬਲਮ ਇਹ ਆ ਵੀ ਇਸ ਵੇਲੇ 543 ਲੋਕ ਸਭਾ ਦੇ ਮੈਂਬਰ ਨੇ, ਔਰ ਉਹ ਹੁਣ ਤੇ ਔਖੇ ਸੌਖੇ ਬੈਠ ਜਾਂਦੇ ਆ, ਲੇਕਿਨ 2026 ਤੋਂ ਬਾਅਦ ਜਦੋਂ ਡੀਲਿਮਿਟੇਸ਼ਨ ਹੋਈ, ਰੀਡਰਾ ਹੋਈਆਂ ਕੌਂਸਟੀਟੂਐਂਸੀਜ਼ ਤੇ ਮੈਂਬਰ ਵਧਣਗੇ, ਔਰ ਉੱਥੇ ਵਧੇ ਹੋਏ ਮੈਂਬਰਾਂ ਦਾ ਉੱਥੇ ਸਕੋਪ ਨਹੀਂ ਬੈਠਣ ਦਾ, ਇਸ ਕਰਕੇ ਨਵੀਂ ਬਿਲਡਿੰਗ ਦੀ ਲੋੜ ਪਈ। 543 ਨਹੀਂ, ਨਵਾਂ ਜਿਹੜਾ ਲੋਕ ਸਭਾ ਬਲਾਕ ਹੋਊਗਾ ਉਹਦੇ 'ਚ 888 ਮੈਂਬਰ ਬੈਠ ਸਕਦੇ ਆ, ਔਰ ਜੋ ਜੁਆਇੰਟ ਸਿਟਿੰਗ ਹੋਣਗੀਆਂ 1300 ਦੇ ਕਰੀਬ ਮੈਂਬਰ ਬੈਠ ਸਕਣਗੇ, ਇਸ ਕਰਕੇ ਲੋੜ ਪਈ, ਔਰ ਇਸ ਕਰਕੇ ਨਵਾਂ ਸੰਸਦ ਭਵਨ ਬਣ ਰਿਹਾ ਵਾ। ਜਗਰਾਜ ਗਿੱਲ ਜੀ, ਅੱਧੇ ਤਾਂ ਹਾਜ਼ਰ ਹੀ ਨਹੀਂ ਹੁੰਦੇ ਜੀ। ਨਹੀਂ, ਪਰ ਥਾਂ ਤੇ ਬਣਾਉਣੀ ਪੈਣੀ ਨਾ, ਉਹਨਾਂ ਦੇ ਬਹਿਣ ਦੀ ਥਾਂ ਤੇ ਬਣਾਉਣੀ ਪੈਣੀ ਹੈ। ਜੇ ਆ ਜਾਣ ਸਾਰੇ ਤੇ ਫਿਰ ਕਿੱਥੇ ਬਣਾਓਗੇ? ਦੇਖਦੇ ਕੀ ਬਣਦਾ ਜੀ। ਓਕੇ, ਮਿਹਰਬਾਨੀ। ਵੀਰ ਸਾਵਰਕਰ ਨੂੰ ਤਾਂ ਵੀ ਬਹੁਤ ਨਫ਼ਰਤ ਕਰਦੇ ਲੋਕ ਇੱਥੇ। ਮਿਹਰਬਾਨੀ। ਵੀਰ ਸਾਵਰਕਰ ਨੂੰ ਲੋਕ ਨਫ਼ਰਤ ਕਰਦੇ ਆ, ਸਪੈਸ਼ਲੀ ਪੰਜਾਬ ਦੇ ਲੋਕ, ਔਰ ਇਸ ਕਰਕੇ ਵੀਰ ਸਾਵਰਕਰ ਦੇ ਜਨਮ ਦਿਹਾੜੇ ਤੇ 140ਵਾਂ ਜਨਮ ਦਿਹਾੜਾ ਵਾ 28 ਮਈ ਨੂੰ, ਉਸ ਦਿਨ ਇਹਦੀ ਇਨੋਗ੍ਰੇਸ਼ਨ ਨਹੀਂ ਹੋਣੀ ਚਾਹੀਦੀ। ਜੇ ਹੋਰ ਦਿਨ ਕੋਈ ਚੁਣਿਆ ਜਾਵੇ ਕਿਸੇ ਹੋਰ ਆਜ਼ਾਦੀ ਗੁਲਾਟੀਏ ਦੇ ਜਨਮ ਦਿਨ ਤੇ ਜਾਂ ਸ਼ਹੀਦੀ ਦਿਹਾੜੇ ਦੇ ਉੱਤੇ, ਇਹ ਜਿਹੜਾ ਇਨੋਗ੍ਰੇਸ਼ਨ ਆ ਉਹ ਕੀਤੀ ਜਾਵੇ, ਔਰ ਰਾਸ਼ਟਰਪਤੀ ਵੱਲੋਂ ਕੀਤੀ ਜਾਵੇ, ਕਿਉਂਕਿ ਰਾਸ਼ਟਰਪਤੀ ਪਾਰਲੀਮੈਂਟ ਦਾ ਵੀ ਮੁਖੀ ਹੁੰਦਾ, ਮੁਲਕ ਦਾ ਵੀ ਮੁਖੀ ਆ। ਸੰਵਿਧਾਨ ਦੀ ਧਾਰਾ 74 ਮੁਤਾਬਕ ਮੁਲਕ ਦਾ ਹੈਡ ਆਫ ਦੀ ਸਟੇਟ ਪ੍ਰੈਜ਼ੀਡੈਂਟ ਆਫ ਇੰਡੀਆ ਹੁੰਦਾ। ਮੀਨਵਾਈਲ ਜਸਵਿੰਦਰ ਚਾਹਲ, ਦਵਿੰਦਰ ਲੋਪੋਂ ਤੇ ਦਿਲਜੀਤ ਸੰਧੂ ਵੀ ਫੇਸਬੁੱਕ ਤੇ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਰੋਧੀ ਧਿਰਾਂ ਦਾ ਉਦਘਾਟਨੀ ਸਮਾਰੋਹ ਜਿਹੜਾ ਪਾਰਲੀਮੈਂਟ ਬਿਲਡਿੰਗ ਦਾ ਵਾ 28 ਮਈ ਨੂੰ, ਉਹਦਾ ਬਾਈਕਾਟ ਕਿੰਨਾ ਕੁ ਜਾਇਜ਼ ਆ? ਕੀ ਇਹ ਲੋਕਤਾਂਤਰਿਕ ਪਰੰਪਰਾਵਾਂ ਦੇ ਖਿਲਾਫ ਆ? ਇਹਦੇ ਤੇ ਵਿਚਾਰ ਚਰਚਾ ਕਰ ਰਹੇ ਹਾਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪ੍ਰਗਟ ਬਾਈ ਜੀ, ਸਤਿ ਸ੍ਰੀ ਅਕਾਲ।
ਪਹਿਲਾਂ ਤੇ ਤੁਹਾਡਾ ਜਿਹੜਾ 19 ਵਿਰੋਧੀ ਪਾਰਟੀਆਂ ਲਿਖੀਆਂ, ਮੇਰੇ ਸਮਝ ਮੁਤਾਬਕ, ਭਾਵੇਂ ਮੈਂ ਗਲਤ ਹੋਵਾਂ, ਇਹ ਵਿਚਾਰ ਤੁਸੀਂ ਲਿਖ ਦਿਓ ਵੀ 19 ਵੱਖ-ਵੱਖ ਪਾਰਟੀਆਂ ਵੱਲੋਂ ਬਾਈਕਾਟ। ਵਿਰੋਧੀ ਤਾਂ ਪਹਿਲਾਂ ਲਿਖ ਦਿੱਤਾ, ਜਦੋਂ ਵਿਰੋਧੀ ਲਿਖ ਦਿੱਤਾ ਫਿਰ ਵਿਰੋਧ ਤਾਂ ਉਹਨੇ ਕਰਨਾ ਹੀ ਹੈ ਜੀ। ਓਕੇ, ਠੀਕ ਹੈ ਜੀ। ਪਤਾ ਨਹੀਂ ਮੈਂ ਠੀਕ ਹੋਵਾਂ ਜਾਂ ਨਾ, ਮੈਨੂੰ ਲੱਗਿਆ ਵੀ ਇਹ ਵਿਰੋਧੀ ਸ਼ਬਦ ਨਹੀਂ ਲਿਖਣਾ ਤੁਸੀਂ। ਸ਼ੋਰ ਜੀ, ਕਿਉਂਕਿ ਇਹਨਾਂ 'ਚੋਂ ਪਤਾ ਨਹੀਂ ਉਦੋਂ ਤੱਕ ਕਿਹੜੀਆਂ ਮੰਨ ਕੇ ਸ਼ਾਮਲ ਹੋ ਜਾਣ ਤੇ ਕਿਹੜੀਆਂ ਵਿਰੋਧ 'ਚ ਰਹਿ ਜਾਣ। ਨਹੀਂ, ਵਿਰੋਧੀ ਤੇਰਾ ਉਹ ਹੋ ਗਿਆ ਨਾ ਜਿਹੜੀਆਂ ਐਨਡੀਏ ਦਾ ਹਿੱਸਾ ਨਹੀਂ ਜੀ। ਹੁਣ ਵੇਖੋ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ ਤੇ ਉਦਾਂ ਉਹ ਵਿਰੋਧੀ ਹੁਣ ਜੀ। ਇਹ ਮੇਰੇ ਹਿਸਾਬ ਨਾਲ ਵੱਖ-ਵੱਖ ਪਾਰਟੀਆਂ ਜ਼ਿਆਦਾ ਚੰਗਾ ਹੈ ਜੀ। ਸ਼ੋਰ, ਠੀਕ ਹੈ। ਦੂਜੀ ਗੱਲ ਆ ਗਈ ਜੀ, ਵਧਾਈ ਦੇ ਪਾਤਰ ਆ। ਚਲੋ ਕਿਸ ਹਾਲਾਤਾਂ 'ਚ ਵੀ ਰਹਿ ਕੇ ਉਹਨਾਂ ਨੇ ਬਣਾਇਆ ਤੇ ਇਹ ਵੀ ਬੜੀ ਵੱਡੀ ਮਾਰਕੇ ਵਾਲੀ ਗੱਲ ਆ। ਤੇ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਵਿਰੋਧ ਕਰਨਾ ਹੁੰਦਾ, ਜਿੰਨਾ ਅਸੀਂ ਘਰ ਬਣਾਇਆ ਤੇ ਸਾਡੇ ਜਿਹੜਾ ਸਰੀਕਾ ਬਰਾਰ ਹੁੰਦਾ ਵਿੱਚੋਂ ਦੇ ਇਹ ਹੁੰਦਾ ਵੀ ਇਹਨਾਂ ਵਧੀਆ ਕੰਮ ਸ਼ੁਰੂ ਕਰ ਲਿਆ ਤੇ ਉਹ ਯਾਰ 2 ਕਿੱਲੇ ਪੈਲੀ ਲੈਂਦੇ, ਇਹਨਾਂ ਕਿਹੜਾ ਘਰ ਇੰਨੇ ਵੱਡੇ ਘਰ ਨੇ ਕਿਹੜੇ ਆਪਣਾ ਕੋਈ ਆਮਦਨ ਦੇਣੀ ਆ। ਤੇ ਉਹ ਜਿੰਨੀ ਕਿਸੇ ਦੀ ਸਮਰਥਾ ਵਾ, ਇਹ ਜ਼ਰੂਰੀ ਸੀ, ਤੁਸੀਂ ਆਪ ਦੱਸਣ ਦੇ ਸਮਰਥਾ ਵੱਧ ਜਾਣੀ ਸੀ। ਤੇ ਚੰਗੀ ਗੱਲ ਹੈ ਜੀ, ਵਧੀਆ ਵਧਾਈ ਦੇ ਪਾਤਰ ਆ। ਬਾਕੀ ਰਾਜਨੀਤੀ ਦੇ ਸਾਰੇ ਕਰਨੀ ਡੇ ਆ, ਕਿਹਦੇ ਨਾਂ ਤੇ ਕੀ ਕਰਨਾ, ਕਿਹਦੇ ਨਾਂ ਤੇ ਕਦੋਂ ਕੀ ਕਰਨਾ, ਇਹ ਸਾਰੇ ਗੋਟੀਆਂ ਹੀ ਫਿੱਟ ਕਰਨ ਡੇ ਜੀ 1924 ਦੀਆਂ 2024 ਦੀ ਇਲੈਕਸ਼ਨ ਦੀਆਂ। ਧੰਨਵਾਦ ਜੀ। ਮਿਹਰਬਾਨੀ ਪ੍ਰਗਟਪਾਲ ਜੀ। ਮਲਕੀਤ ਮਾਨ ਕਹਿ ਰਹੇ ਨੇ ਕਿ ਕਹਿੰਦੇ ਤਾਂ ਰਾਸ਼ਟਰਪਤੀ ਦਾ ਅਹੁਦਾ ਸਨਮਾਨਯੋਗ ਹੈ, ਪਰ ਰਬੜ ਦੀ ਮੋਹਰ ਬਣਾ ਦਿੱਤਾ। ਵੈਸੇ ਇਹ ਦੋਵੇਂ ਅਹੁਦੇ ਲੋਕਾਂ ਦੁਆਰਾ ਨਹੀਂ ਚੁਣੇ ਹੁੰਦੇ, ਬਾਹਰਲੇ ਮੁਲਕਾਂ ਵਾਂਗ ਬਾਕੀ ਹੰਕਾਰੀ ਬੰਦੇ ਦਾ ਕੋਈ ਹੱਲ ਨਹੀਂ। ਰਜਿੰਦਰਜੀਤ ਸਿੰਘ ਸੀਰਾ ਵੀ ਸਾਡੇ ਨਾਲ ਜੁੜ ਗਏ ਨੇ। ਕਾਕਾ ਬੈਂਸ ਕਹਿ ਰਹੇ ਨੇ ਬਾਈਕਾਟ ਦਾ ਫੈਸਲਾ ਬਿਲਕੁਲ ਸਹੀ ਹੈ। ਕਾਕਾ ਬੈਂਸ ਜੀ, ਪਰ ਇਹ ਵੀ ਸਾਡੇ ਕਾਲਰ ਨੇ ਕਿਹਾ ਵਾ, ਉਹਦੇ ਬਾਰੇ ਵੀ ਤੁਸੀਂ ਟਿੱਪਣੀ ਕਰ ਸਕਦੇ ਜੇ ਵੀ ਜਿਹੜੀਆਂ ਪੁਰਾਣੀਆਂ ਦੂਜੀਆਂ ਪਾਰਟੀਆਂ ਸੀ, ਕਾਂਗਰਸ ਪਾਰਟੀ ਸੀ, ਉਹ ਕਿੰਨਾ ਕੁ ਰਾਸ਼ਟਰਪਤੀ ਨੂੰ ਸਨਮਾਨ ਦਿੰਦੀਆਂ ਰਹੀਆਂ ਵਾ? ਉਹ ਵੀ ਤਾਂ ਨਹੀਂ ਦਿੰਦੀਆਂ ਰਹੀਆਂ। ਸੋ ਇਸ ਕਰਕੇ ਸਿਰਫ ਇਸ ਪਾਰਟੀ ਨੂੰ ਸਿੰਗਲ ਆਊਟ ਕਰਨਾ ਉਹੀ ਪਾਰਟੀਆਂ ਵੱਲੋਂ ਹੁਣ ਸਹੀ ਨਹੀਂ, ਇਹ ਕੁਝ ਕਾਲਰਸ ਦਾ ਕਹਿਣਾ ਵਾ। We'll take the next call. Hello. ਸੰਧੂ ਸਾਹਿਬ। ਹਾਂਜੀ ਭਾਈ ਸਾਹਿਬ। ਦਲਜੀਤ ਸੰਧੂ ਬੋਲ ਰਿਹਾ ਜੀ। ਹਾਂਜੀ ਦਲਜੀਤ ਜੀ। ਸੰਧੂ ਸਾਹਿਬ, ਮੈਨੂੰ ਪੂਰੀ ਜਾਣਕਾਰੀ ਨਹੀਂ, ਮੈਨੂੰ ਲੱਗਦਾ ਵੀ ਇਹਨਾਂ ਰਾਸ਼ਟਰਪਤੀ ਨੂੰ ਨਹੀਂ ਬੁਲਾਇਆ। ਹਾਂ ਨਹੀਂ, ਜੇ ਰਾਸ਼ਟਰਪਤੀ ਨੂੰ ਬੁਲਾਇਆ ਹੁੰਦਾ ਤੇ ਫਿਰ ਤੇ ਉਦਘਾਟਨ ਉਹਨਾਂ ਹੀ ਕਰਨਾ ਸੀ ਨਾ ਜੀ। ਲੱਗਦਾ ਤੇ ਇਹੋ ਜਿਹਾ ਨਹੀਂ ਬੁਲਾਇਆ। ਇੱਥੇ ਇਹ ਪਾਰਟੀ ਨਹੀਂ ਇਕੱਲੀ, ਜਿਸ ਤਰ੍ਹਾਂ ਤੁਸੀਂ ਹੁਣੇ ਦੱਸ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਹੁੰਦਾ, ਜਿਨ੍ਹਾਂ ਦੇ ਵਿੱਚ ਇੱਕ ਜਮਾਤ ਜ਼ਿਆਦਾ ਅਸਰ ਅਸੂਖ ਰੱਖਦੀ ਹੈ, ਜਿਹੜੀ ਆਪਣੇ ਆਪ ਨੂੰ ਉੱਚਾ ਸਮਝਦੀ ਹੈ। ਸਹੀ ਮਾਇਨੇ ਦੇ ਵਿੱਚ ਉਹ ਮਤਲਬ ਸਮਝਦੇ ਆ ਵੀ ਇਹ ਬਹੁਤ ਵੱਡਾ ਪਵਿੱਤਰ ਕਾਰਜ ਆ, ਸ਼ੁਭ ਕਾਰਜ ਆ, ਇੱਥੇ ਨੀਵੀਂ ਜਾਤ ਵਾਲੇ ਦੇ ਪਰਛਾਵਾਂ ਹੀ ਪੈਣਾ ਮਨ, ਜਿਹੜੀ ਅਸਲ ਦੇ ਵਿੱਚ ਮਨਸ਼ਾ, ਜਿਹਨੂੰ ਤੁਸੀਂ ਏਕਰੀ ਦਾ ਉੱਚੇ ਉਹਦੇ ਤੋਂ ਭਾਵ ਲੈਂਦੇ ਜੇ ਵੀ ਅਸੀਂ ਤਾਂ ਉਹਦਾ ਤੁਸੀਂ ਸਤਿਕਾਰ ਬੜਾ ਕਰਦੇ ਆ ਨੀਵੀਆਂ ਜਾਤੀਆਂ ਦਾ। ਤੇ ਜੇ ਇਸ ਮੌਕੇ ਤੇ ਨੀਵੀਂ ਜਾਤੀ ਵਾਲਾ ਬੰਦਾ ਨੂੰ ਆਜੂ ਤਾਂ ਫਿਰ ਕੀ ਫਰਕ ਹੈ? ਜਿਹੜੇ ਆਉਣਗੇ ਵੀ ਵੇਖਿਓ ਬਿਠਾਏ ਕਿੱਥੇ ਜਾਣਗੇ। ਮੈਂ ਤਾਂ ਆ ਗੱਲ ਸਮਝਦਾ। ਧੰਨਵਾਦ। ਮਿਹਰਬਾਨੀ ਦਲਜੀਤ ਸੰਧੂ ਜੀ। ਨਵਾਂ ਇੱਕ ਇਸ਼ੂ ਪੁਆਇੰਟ ਰੇਜ਼ ਕੀਤਾ ਉਹਨਾਂ ਨੇ, ਪਤਾ ਨਹੀਂ ਉਹਨਾਂ ਨਾਲ ਸਹਿਮਤ ਜੇ ਕਿ ਨਹੀਂ, ਕਿ ਇਹ ਸਨਮਾਨ ਦਿੰਦੇ ਵੀ ਆ ਜਿਹੜੀਆਂ ਉੱਚੀਆਂ ਜਾਤੀਆਂ ਨਹੀਂ, ਪਰ ਨਹੀਂ ਵੀ ਦਿੰਦੇ। ਦੋਵੇਂ ਗੱਲਾਂ ਇਕੱਠੀਆਂ ਹੀ ਕਰਨਾ ਚਾਹੁੰਦੇ ਨੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਵਾਹਿਗੁਰੂ ਜੀ। ਹਾਂਜੀ ਸੇਖੋ ਸਾਹਿਬ, ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ ਆਪ ਜੀ ਨੂੰ ਤੇ ਸਰੋਤਿਆਂ ਨੂੰ ਪ੍ਰੇਮ ਭਰੇ ਸਤਿ ਸ੍ਰੀ ਅਕਾਲ ਜੀ। ਇਹ ਲੇਟ ਵੀ ਬਣ ਸਕਦਾ ਸੀ ਜੀ, ਲੇਟ ਵੀ ਬਣ ਸਕਦਾ ਜੀ। ਜਦੋਂ ਕਰੋਨਾ ਆਇਆ ਉਦੋਂ ਉਹਨਾਂ ਨੇ ਸ਼ੁਰੂ ਕੀਤਾ ਜੀ, ਉਦੋਂ ਉਧਰ ਲੋੜ ਸੀ ਪੈਸਿਆਂ ਦੀ। ਚਲੋ ਠੀਕ ਆ ਜੋ ਹੋ ਗਿਆ, ਪਰ ਜਿਹੜੀ ਰਾਸ਼ਟਰਪਤੀ ਸਾਹਿਬ ਨੂੰ ਨਹੀਂ ਸੱਦਿਆ ਉਹ ਗਲਤ ਹੋਇਆ ਕੰਮ। ਨਹੀਂ, ਰਾਸ਼ਟਰਪਤੀ ਨੂੰ ਵੀ ਸੱਦ ਲੈਂਦੇ, ਆਪ ਵੀ ਨਾਲ ਖੜ ਜਾਂਦੇ, ਦੋਨਾਂ ਹੀ ਹੋ ਜਾਂਦਾ ਗੱਲ। ਕਿਹੜਾ ਕੁਝ ਉੱਥੇ ਉਹਨਾਂ ਦਾ ਨਾਂ ਲੱਗਣਾ ਕਿਸੇ ਦਾ। ਤੇ ਇਸ ਕਰਕੇ ਤੇ ਬਾਦਲ ਸਾਹਿਬ ਉਹ ਤਾਂ ਨਹੀਂ ਗਏ। ਉਹਨਾਂ ਨੂੰ ਆਸ ਆ ਵੀ ਕੋਈ ਨਾ ਕੋਈ ਮਤਲਬ ਨੇੜਤਾ ਲਿਆਈਏ ਜੇ ਮੋਦੀ ਕੋਲ ਜਾ ਕੇ। ਧੰਨਵਾਦ ਜੀ। ਮਿਹਰਬਾਨੀ। ਰਜਿੰਦਰਜੀਤ ਸਿੰਘ ਸੀਰਾ ਫੇਸਬੁੱਕ ਤੇ ਕਹਿ ਰਹੇ ਨੇ ਕਿ ਵੀਰ ਸਵਾਰਕਰ ਇੱਕ ਵਿਵਾਦਿਕ ਫਿਗਰ ਨੇ, ਕੰਟਰੋਵਰਸ਼ੀਅਲ ਫਿਗਰ ਨੇ। ਵੈਸੇ ਉਹਨਾਂ ਦਾ ਇਹ ਵੀ ਕਹਿਣਾ ਵਾ ਕਿ ਇਹ ਇੱਕ ਰਾਸ਼ਟਰੀ ਮੋਨੂਮੈਂਟ ਹੈ ਔਰ ਸਾਰਿਆਂ ਨੂੰ ਇਹ ਸੈਰੇਮਨੀ ਅਟੈਂਡ ਕਰਨੀ ਚਾਹੀਦੀ ਹੈ। ਰਜਿੰਦਰਜੀਤ ਸਿੰਘ ਸੀਰਾ ਸ਼ਾਇਦ ਇਹ ਕਹਿਣਾ ਚਾਹੁੰਦੇ ਨੇ ਕਿ ਵਿਰੋਧ ਤੁਸੀਂ ਜਿਤਾਤਾ, ਲੇਕਿਨ ਸੈਰੇਮਨੀ ਅਟੈਂਡ ਕਰਨੀ ਚਾਹੀਦੀ ਕਿਉਂਕਿ ਇਹ ਰਾਸ਼ਟਰੀ ਮੋਨੂਮੈਂਟ ਹੈ ਔਰ ਇੱਥੇ ਇਹਨੂੰ ਬਾਈਕਾਟ ਕਰਨਾ ਜਿਹੜਾ ਵਾ ਉਹ ਸਹੀ ਨਹੀਂ ਹੋਊ। ਬੜਾ ਇੰਪੋਰਟੈਂਟ ਮਸਲਾ ਜਿਹੜਾ ਵਾ ਅਸੀਂ ਅੱਜ ਵਿਚਾਰ ਚਰਚਾ ਉਹਦੇ 'ਤੇ ਕਰ ਰਹੇ ਹਾਂ। ਰਾਸ਼ਟਰੀ ਮਸਲਾ ਵਾ। ਨਵਾਂ ਸੰਸਦ ਭਵਨ ਜਿਹੜਾ ਵਾ ਉਹ ਤਿਆਰ ਹੋ ਗਿਆ
ਕਰੀਬ 1200 ਕਰੋੜ ਤੋਂ ਵੱਧ ਰੁਪਈਆ ਉਹਦੇ 'ਤੇ ਲੱਗਾ ਵਾ ਔਰ ਉਹਦੀ ਇਨੋਗਰੇਸ਼ਨ ਕਰੀਬ 3 ਸਾਲ ਲੱਗੇ ਉਹਨੂੰ ਤਿਆਰ ਕਰਨ ਦੇ ਵਿੱਚ ਔਰ ਉਹਦੀ ਇਨੋਗਰੇਸ਼ਨ ਜਿਹੜੀ ਆ ਪ੍ਰਧਾਨ ਮੰਤਰੀ ਮੋਦੀ 28 ਮਈ ਨੂੰ ਕਰ ਰਹੇ ਨੇ। 28 ਮਈ ਹਿੰਦੁਤਵਾ ਹਿਤੈਸ਼ੀ ਹਿੰਦੂ ਮਹਾਸਭਾ ਦੇ ਲੀਡਰ ਵੀਰ ਸਾਵਰਕਰ ਦੇ ਜਨਮ ਦਿਹਾੜੇ 'ਤੇ ਕੀਤੀ ਜਾ ਰਹੀ ਆ। ਇਹਦੇ ਉੱਪਰ ਵੀ ਵਿਰੋਧੀ ਧਿਰਾਂ ਨੂੰ ਇਤਰਾਜ਼ ਆ। ਤੁਹਾਡਾ ਕੀ ਮੰਨਣਾ ਵਾ ਕਿ ਵਿਰੋਧੀ ਧਿਰਾਂ ਦਾ ਬਾਈਕਾਟ ਜਾਇਜ਼ ਆ? ਦੇਖਦੇ ਹਾਂ ਅਗਲੇ ਕਾਲਰ ਕੀ ਕਹਿੰਦੇ ਆ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਕੱਲ ਅਵਤਾਰ ਸਿੰਘ ਬੋਲ ਰਿਹਾ ਜੀ। ਕੰਨ ਸਾਹਿਬ। ਸੰਧੂ ਸਾਹਿਬ, ਇਹ ਸਾਵਰਕਰ ਸਾਹਿਬ ਵੀਰ ਕਦੇ ਬਣ ਗਏ। He gave a written apology to the British. He could not withstand when he was sent to Andaman jail. He could not withstand the rigors over there. He gave a written apology to the British and became a British informer. ਉਹਨੂੰ ਅੱਜ ਵੀਰ ਕਿੱਥੋਂ ਬਣਾਈ ਜਾ ਰਹੇ ਹੋ? ਉਹ ਅਸਲੀ ਉਹਨਾਂ ਦਾ ਨਾਂ ਜਿਹੜਾ ਵਾ ਉਹ ਹੈ ਵਿਨਾਇਕ ਦਾਮੋਦਰ ਸਾਵਰਕਰ, ਲੇਕਿਨ ਉਹਨੂੰ ਵੀਰ ਉਹਨਾਂ ਦਾ ਅਸਲੀ ਨਾਮ ਆ ਵਿਨਾਇਕ ਦਾਮੋਦਰ ਸਾਵਰਕਰ, ਪਰ ਉਹਨਾਂ ਨੂੰ ਵੀਰ ਸਾਵਰਕਰ ਵੱਲੋਂ ਬੁਲਾਉਂਦੇ ਆ। ਇਹ ਦੇਖੋ, ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੋਣੀ ਚਾਹੀਦੀ ਹੈ। ਉਹਨੂੰ ਵੀਰ ਕਹਿਣਾ ਗਲਤ ਹੈ। ਜਿਹੜਾ ਬੰਦਾ ਰਿਟਰਨ ਅਪੋਲੋਜੀ ਦਿੰਦਾ ਬ੍ਰਿਟਿਸ਼ ਨੂੰ ਤੇ ਬ੍ਰਿਟਿਸ਼ ਦਾ ਇਨਫਾਰਮਰ ਬਣ ਜਾਂਦਾ ਹੈ ਬਿਕਾਜ਼ ਹੀ ਕੁਡ ਨਾਟ ਵਿਥਸਟੈਂਡ ਦ ਰਿਗਰਸ ਆਫ ਅੰਡੇਮਾਨ ਨਿਕੋਬਾਰ ਆਇਲੈਂਡ ਜੇਲ। ਜੀ। ਉਹਨੂੰ ਅੱਜ ਅਸੀਂ ਵੀਰ ਬਣਾਈ ਜਾ ਰਹੇ ਹਾਂ। ਜੀ ਜੀ। ਤੇ ਫਿਰ ਵੀਰ ਕੌਣ ਹੋਏ? ਠੀਕ ਹੈ ਗੱਲ ਤੁਹਾਡੀ। ਹੈ ਡਰਪੋਕ ਭਗੌੜੇ ਸਰਕਾਰ ਦੇ ਇਨਫਾਰਮਰ ਉਹ ਵੀਰ ਬਣ ਗਏ। ਸੋ ਤੁਹਾਨੂੰ ਲੱਗਦਾ ਬਾਈਕਾਟ ਸਹੀ ਹੈਗਾ ਵਿਰੋਧੀ ਧਿਰਾਂ ਦਾ? ਹੈ ਵਿਰੋਧੀ ਧਿਰਾਂ ਵੱਲੋਂ ਬਾਈਕਾਟ ਸਹੀ ਹੈ ਇਸ ਫੰਕਸ਼ਨ ਦਾ? ਮੈਨੂੰ ਨਹੀਂ ਪਤਾ ਭਾਈ ਇਹ ਚੀਜ਼ ਦਾ। ਮੈਂ ਤੇ ਹੈਰਾਨ ਆ ਕਿ ਜਦੋਂ ਉਹ ਵੀਰ ਦਾ ਖਿਤਾਬ ਦਿੱਤਾ ਜਾ ਰਿਹਾ ਔਰ ਉਹਨੂੰ ਉੱਤੇ ਅਸਮਾਨ ਤੇ ਚੜਾਇਆ ਜਾ ਰਿਹਾ। ਨਹੀਂ, ਵੀਰ ਦਾ ਖਿਤਾਬ ਤੇ ਨਾ ਤੇ ਉਹਦਾ ਉਦੋਂ ਦਾ ਹੀ ਆ। ਹਿਸਟਰੀ ਪੜ੍ਹਨ। ਪਲੀਜ਼ ਟੈਲ them ਰੀਡ ਦਾ ਹਿਸਟਰੀ। ਸ਼ੋਰ। ਆਈ ਨੋ ਪੋਲੀਟੀਸ਼ੀਅਨ ਦੀ ਜਿਹਨੂੰ ਕਹਿੰਦੇ ਯਾਦਾਸ਼ਤ ਬੜੀ ਛੋਟੀ ਹੁੰਦੀ ਹੈ ਤੇ ਪਬਲਿਕ ਦੀ ਉਸ ਤੋਂ ਵੀ ਛੋਟੀ। ਜੀ। But they should read some history. Sure. Before they give this type of statements. ਮਿਹਰਬਾਨੀ। ਇੱਕ ਭਗੌੜੇ ਨੂੰ ਇੱਕ ਜਿਹਨੇ ਲਿਖ ਕੇ ਦਿੱਤੀ ਮਾਫੀ ਮੰਗੀ ਇਨਫਾਰਮਰ ਬਣ ਗਿਆ ਬ੍ਰਿਟਿਸ਼ ਦਾ। Sure. He became an informer of the British government. Thank you ਕਰਨਲ ਅਵਤਾਰ ਸਿੰਘ, ਤੁਹਾਡੀ ਗੱਲ ਪੂਰੀ ਆ ਗਈ ਆ। ਕਰਨਲ ਅਵਤਾਰ ਸਿੰਘ ਦਾ ਵਿਚਾਰ ਆ ਕਿ ਉਹਨਾਂ ਨੂੰ ਵੀਰ ਸਾਵਰਕਰ ਵੀ ਕਹਿਣਾ ਗਲਤ ਹੈ, ਲੇਕਿਨ ਖੈਰ ਇਹ ਤੇ ਲੋਕਾਂ ਵੱਲੋਂ ਨਾਂ ਦਿੱਤਾ ਗਿਆ ਵਾ। ਉਹਨਾਂ ਦਾ ਪੂਰਾ ਨਾਂ ਸੀ ਵਿਨਾਇਕ ਦਾਮੋਦਰ ਸਾਵਰਕਰ, ਲੇਕਿਨ ਮੈਂ ਜਿਵੇਂ ਦੱਸਿਆ ਕਿ ਨਿਕਨੇਮ ਨਹੀਂ ਆ, ਜਿਵੇਂ ਉਹਨੂੰ ਸੱਦਿਆ ਜਾਂਦਾ ਸੀ ਵੀਰ ਸਾਵਰਕਰ। ਮੀਨਵਾਈਲ ਦਲਵੀਰ ਸਿੰਘ ਕਹਿ ਰਹੇ ਨੇ ਕਿ ਭਗਤ ਸਿੰਘ ਨੂੰ ਕੀ ਲੋੜ ਸੀ ਉਸ ਉਦੇਸ਼ ਵਾਸਤੇ ਆਪਣੀ ਜਾਨ ਦੇਣ ਦੀ। ਸੋ ਦਲਵੀਰ ਸਿੰਘ ਵੀ ਇਤਰਾਜ਼ ਕਰ ਰਹੇ ਆ ਕਿ ਇਹ ਵੀਰ ਸਾਵਰਕਰ ਦੇ ਨਾਂ ਦੇ ਉੱਪਰ ਜਾਂ ਉਸ ਦਿਨ ਨੂੰ ਇਹਦੀ ਇਨੋਗਰੇਸ਼ਨ ਹੋ ਰਹੀ ਆ ਪਾਰਲੀਮੈਂਟ ਨਵੇਂ ਸੰਸਦ ਭਵਨ ਦੀ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਹਾਂਜੀ, ਸਤਿ ਸ੍ਰੀ ਅਕਾਲ ਸੰਧੂ ਸਾਹਿਬ। ਸਤਿ ਸ੍ਰੀ ਅਕਾਲ ਭਾਈ ਸਿੰਘ ਬੋਲ ਰਹੇ ਹਾਂ ਜੀ। ਜਰਨੈਲ ਸਿੰਘ ਜੀ। ਹਾਂਜੀ, ਇਹ ਸਿਰਫ ਬੀਜੇਪੀ ਦੇ ਆਪਣੇ ਮੋਢਿਆਂ ਤੇ ਇੱਕ ਫੀਤੀ ਲਾਉਣ ਵਾਲੀ ਗੱਲ ਹੈ ਜੀ। ਜਿਸ ਦੇਸ਼ ਦੀ ਅੱਧੀ ਤੋਂ ਵੱਧ ਜਨਤਾ ਨੂੰ ਰਾਸ਼ਨ ਫ੍ਰੀ ਦੇਣਾ ਪੈਂਦਾ ਹੋਵੇ ਉਸ ਤੇ ਇੰਨਾ ਪੈਸਾ ਖਰਚ ਕਰਨ ਦੀ ਕੀ ਲੋੜ ਹੈ? ਲੋੜ ਸੀ ਆਈ ਵਿਲ ਸੇ, ਹੁਣ ਤਾਂ ਕਰ ਦਿੱਤਾ। ਇਹ ਸਿਰਫ ਆਪਣਾ ਇੱਕ ਆਪਣੇ ਹੰਕਾਰ ਨੂੰ ਪੱਠੇ ਪਾਉਣ ਵਾਲੀ ਗੱਲ ਹੈ। ਸੋ ਕੀ ਲੱਗਦਾ ਵਾ ਜਿਹੜੀ ਪੁਰਾਣੀ ਬਿਲਡਿੰਗ ਸੀ ਜਰਨੈਲ ਸਿੰਘ, ਜਿਹੜੀ ਪੁਰਾਣੀ ਬਿਲਡਿੰਗ ਸੀ ਉਹਨੂੰ ਐਕਸਪੈਂਡ ਕਰਨਾ ਚਾਹੀਦਾ ਸੀ, ਉਹਦੇ 'ਚ ਰੈਨੋਵੇਸ਼ਨ ਕਰਕੇ ਤੇ ਹੋਰ ਲੋਕਾਂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਐਕਸਟੈਂਸ਼ਨ ਕਰ ਸਕਦੇ ਸੀ, ਕੁਝ ਕੀਤਾ ਜਾ ਸਕਦਾ ਸੀ। ਤੇ ਇਹ ਵੇਸਟ ਆਫ ਪਬਲਿਕ ਮਨੀ। ਉਹ ਕਾਫੀ ਪੁਰਾਣੀ ਬਿਲਡਿੰਗ ਆ। ਉਹ ਜਿਹੜੀ ਪੁਰਾਣੀ ਬਿਲਡਿੰਗ ਹੈ ਜੀ ਉਹ 100 ਸਾਲ ਪੁਰਾਣੀ ਬਿਲਡਿੰਗ ਹੈ, ਹੈਰੀਟੇਜ ਬਿਲਡਿੰਗ ਹੈ। ਸੋ ਉਹਦੇ 'ਚ ਬਹੁਤਾ ਛੇੜਛਾੜ ਨਹੀਂ ਹੋ ਸਕਦਾ, ਇਸ ਕਰਕੇ ਵੀ ਸ਼ਾਇਦ ਨਵੀਂ ਬਿਲਡਿੰਗ ਬਣਾਈ ਹੋਵੇ। ਪਰ ਇੱਕ ਰਾਜ ਸਭਾ ਵਾਸਤੇ ਇੱਕ ਛੋਟਾ ਕੰਪਲੈਕਸ ਹੋਰ ਬਣਾਇਆ ਜਾ ਸਕਦਾ ਜਿਹੜਾ ਇਸ ਤੋਂ ਵੀ ਅੱਧੇ ਤੋਂ ਘੱਟ ਪੈਸਿਆਂ ਨਾਲ ਬਣ ਜਾਣਾ ਸੀ। ਓਕੇ, ਥੈਂਕ ਯੂ ਜਰਨੈਲ ਸਿੰਘ ਜੀ। ਇਹਦੇ ਉੱਪਰ ਵੀ ਲੋਕੀ ਇਤਰਾਜ਼ ਕਰ ਰਹੇ ਆ ਵੀ ਬਿਲਡਿੰਗ ਦੀ ਲੋੜ ਵੀ ਸੀ ਕਿ ਨਹੀਂ। ਪਰ ਮੈਂ ਫਿਰ ਦੱਸ ਦੇਵਾਂ ਕਿ ਇਸ ਵੇਲੇ 543 ਮੈਂਬਰ ਨੇ, ਲੇਕਿਨ 2026 ਤੋਂ ਬਾਅਦ ਜਦੋਂ ਰੀਡਰਾ ਹੋਈਆਂ ਕੌਂਸਟੀਟੂਐਂਸੀਜ਼ ਦਾ ਨੰਬਰ ਵੱਧ ਸਕਦਾ ਵਾ, 600 ਵੀ ਟੱਪ ਸਕਦਾ, ਹੌਲੀ ਹੌਲੀ 650 ਵੀ ਹੋ ਸਕਦਾ ਵਾ। ਇਸ ਕਰਕੇ ਨਵੇਂ ਪਾਰਲੀਮੈਂਟ ਬਿਲਡਿੰਗ ਦੀ ਲੋੜ ਪਈ। ਇਹਦੇ ਵਿੱਚ ਲੋਕ ਸਭਾ ਚੈਂਬਰ ਦੇ ਵਿੱਚ 888 ਬੰਦੇ ਬੈਠ ਸਕਦੇ ਨੇ, ਰਾਜ ਸਭਾ ਚੈਂਬਰ 300 ਬੰਦੇ ਬਹਿ ਸਕਦੇ ਨੇ, ਜੁਆਇੰਟ ਸਿਟਿੰਗ ਜਿਹੜੀ ਆ ਉਹ 1280 ਲੋਕਾਂ ਦੀ
ਹੋ ਸਕਦੀ ਆ। ਇੰਨੀ ਜਗ੍ਹਾ ਐਗਜ਼ਿਸਟਿੰਗ ਬਿਲਡਿੰਗ ਦੇ ਵਿੱਚ ਨਹੀਂ, ਔਰ ਐਗਜ਼ਿਸਟਿੰਗ ਬਿਲਡਿੰਗ ਨੂੰ ਵੱਡੇ ਪੱਧਰ 'ਤੇ ਉਹਦੇ ਛੇੜਛਾੜ ਕਰਨੀ ਜਿਹੜੀ ਆ ਉਹ ਸਹੀ ਨਹੀਂ ਸਮਝਿਆ ਜਾਂਦਾ, ਕਿਉਂਕਿ ਹੈਰੀਟੇਜ ਬਿਲਡਿੰਗ ਹੈ। ਹੈਰੀਟੇਜ ਬਿਲਡਿੰਗਸ ਨਾਲ ਜ਼ਿਆਦਾ ਤੁਸੀਂ ਉਹਨਾਂ ਨਾਲ ਛੇੜਛਾੜ ਨਹੀਂ ਕਰ ਸਕਦੇ। ਹੋਰ ਵੀ ਜਿਹੜੇ ਕਮੈਂਟਸ ਆ ਰਹੇ ਆ ਉਹ ਵੀ ਜ਼ਰੂਰ ਸ਼ੇਅਰ ਕਰਾਂਗੇ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸ਼ਾਇਦ ਅਗਲੀ ਕਾਲ ਜਿਹੜੀ ਆ ਉਹ ਡ੍ਰੌਪ ਹੋ ਗਈ ਹੈ, ਸੋ ਜਦੋਂ ਤੱਕ ਅਗਲੀ ਕਾਲ ਆਊਗੀ ਉਦੋਂ ਤੱਕ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਰਹੇ ਹਾਂ। ਬ੍ਰੇਕ ਤੋਂ ਪਹਿਲਾਂ ਜਸਵਿੰਦਰ ਚਾਹਲ ਦਾ ਮੈਂ ਕਮੈਂਟ ਪੜ੍ਹਨ ਜਾ ਰਿਹਾ ਹਾਂ। ਉਹ ਕਹਿ ਰਹੇ ਨੇ BJP ਦੇ ਖਿਲਾਫ ਲਹਿਰ ਖੜੀ ਕੀਤੀ ਜਾ ਰਹੀ ਹੈ, 224 ਲਈ ਮੈਦਾਨ ਤਿਆਰ ਕੀਤਾ ਜਾ ਰਿਹਾ ਹੈ। ਦਲਿਤਾਂ ਦਾ ਅਪਮਾਨ ਵੀ ਕਿਹਾ ਜਾਵੇਗਾ ਕਿਉਂਕਿ ਰਾਸ਼ਟਰਪਤੀ ਦਲਿਤ ਸਮਾਜ ਤੋਂ ਆਏ ਨੇ। ਪੱਤਾ ਖੇਡਿਆ ਜਾ ਰਿਹਾ ਹੈ, ਹੋ ਸਕਦਾ ਹੈ ਕਾਮਯਾਬ ਹੋ ਜਾਵੇ। ਜਸਵਿੰਦਰ ਚਾਹਲ ਦਾ ਵਿਚਾਰ ਹੈ ਕਿ ਜੋ ਵੀ ਵਿਰੋਧੀ ਧਿਰਾਂ ਕਰ ਰਹੀਆਂ ਨੇ, ਵੱਖ-ਵੱਖ ਪਾਰਟੀਆਂ ਜਿਹੜੀਆਂ 19 ਪਾਰਟੀਆਂ ਇਕੱਠੀਆਂ ਹੋਈਆਂ ਵਾ, ਉਹ ਇੱਕ ਤਰੀਕੇ ਦਾ 2024 ਵਾਸਤੇ ਮੈਦਾਨ ਤਿਆਰ ਕਰ ਰਹੇ ਹਾਂ। ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ, ਭਾਜਪਾ ਨੂੰ ਕਿੰਨਾ ਕੁ ਨੁਕਸਾਨ ਹੋਊਗਾ, ਭਾਜਪਾ ਆਪਣਾ ਪੱਤਾ ਖੇਡ ਰਹੀ ਹੈ, ਉਸ ਪੱਤੇ ਦਾ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਊਗਾ, ਇਹ ਤਾਂ ਖੈਰ 2024 ਦੱਸੂਗਾ। ਪਰ ਇਹ ਜਸਵਿੰਦਰ ਚਾਹਲ ਦਾ ਕਮੈਂਟ ਹੈ। ਮੀਨਵਾਈਲ ਪ੍ਰਗਟ ਸਿੰਘ ਬਲ ਕਹਿ ਰਹੇ ਨੇ ਕਿ ਕੇਜਰੀਵਾਲ ਜੀ ਜੇਲ੍ਹ ਜਾਣ ਤੋਂ ਪਹਿਲਾਂ ਹੀ ਮਾਫੀਆ ਮੰਗ ਗਿਆ, ਪਰ ਪੰਜਾਬ ਨੇ ਉਸ ਨੂੰ ਹੀਰੋ ਕਿਉਂ ਬਣਾਇਆ। ਬੜਾ ਇੰਟਰਸਟਿੰਗ ਕਮੈਂਟ ਹੈ ਪ੍ਰਗਟ ਸਿੰਘ ਬਲ ਦਾ। ਜਦੋਂ ਬਿਕਰਮ ਸਿੰਘ ਮਜੀਠੀਆ ਤੋਂ ਉਹਨਾਂ ਨੇ ਮਾਫੀ ਮੰਗ ਕੇ ਆਪਣਾ ਡੈਫੇਮੇਸ਼ਨ ਕੇਸ ਦੇ ਵਿੱਚੋਂ ਖਹਿੜਾ ਛੁਡਾਇਆ ਸੀ, ਉਹਦਾ ਜ਼ਿਕਰ ਪ੍ਰਗਟ ਸਿੰਘ ਬਲ ਕਰ ਰਹੇ ਨੇ। ਖੈਰ, ਹੁਣ ਅਸੀਂ ਰੁਕ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਵਾਸਤੇ। ਬ੍ਰੇਕ ਤੋਂ ਬਾਅਦ ਅੱਜ ਵਾਲੇ ਮਸਲੇ 'ਤੇ ਕਿ ਵਿਰੋਧੀ ਧਿਰਾਂ ਦਾ, ਵੱਖ-ਵੱਖ ਪਾਰਟੀਆਂ ਦਾ ਸੰਸਦੀ ਭਵਨ ਦਾ ਜਿਹੜਾ ਇਨੋਗ੍ਰੇਸ਼ਨ ਆ ਉਹਦਾ ਬਾਈਕਾਟ ਕਿੰਨਾ ਕੁ ਜਾਇਜ਼ ਆ, ਕੀ ਇਹ ਲੋਕਤਾਂਤਰਿਕ ਪਰੰਪਰਾਵਾਂ ਦੇ ਖਿਲਾਫ ਆ। ਜਿਹੜਾ ਇਨੋਗ੍ਰੇਸ਼ਨ ਦਾ ਫੰਕਸ਼ਨ ਆ 28 ਮਈ ਨੂੰ ਆ, ਪ੍ਰਧਾਨ ਮੰਤਰੀ ਮੋਦੀ ਇਹਦਾ ਉਦਘਾਟਨ ਕਰ ਰਹੇ ਨੇ ਨਵੇਂ ਭਵਨ ਦਾ, ਔਰ ਵਿਰੋਧੀ ਧਿਰਾਂ ਨੇ 19 ਵਿਰੋਧੀ ਪਾਰਟੀਆਂ ਨੇ, ਵੱਖ-ਵੱਖ ਪਾਰਟੀਆਂ ਨੇ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ। ਉਹਨਾਂ ਦਾ ਮੰਨਣਾ ਵਾ ਕਿ ਰਾਸ਼ਟਰਪਤੀ ਨੂੰ ਇਹਦਾ ਉਦਘਾਟਨ ਕਰਨਾ ਚਾਹੀਦਾ, ਨਾ ਕਿ ਪ੍ਰਧਾਨ ਮੰਤਰੀ ਨੂੰ, ਔਰ ਡੇਟ ਵੀ ਹੋਰ ਕੋਈ ਚੁਣਨੀ ਚਾਹੀਦੀ ਆ। 28 ਮਈ ਜਿਹੜੀ ਆ ਉਹ ਵਿਨਾਇਕ ਦਾਮੋਦਰ ਵੀਰ ਸਾਵਰਕਰ ਦਾ ਜਨਮ ਦਿਹਾੜਾ ਵਾ, ਔਰ ਵੀਰ ਸਾਵਰਕਰ ਦੀ ਕੋਈ ਦੇਣ ਨਹੀਂ ਸਾਡੀ ਫਰੀडम ਸਟਰਗਲ ਦੇ ਵਿੱਚ, ਸੋ ਉਹਨਾਂ ਦੇ ਜਨਮ ਦਿਹਾੜੇ 'ਤੇ ਇਹ ਫੰਕਸ਼ਨ ਕਿਉਂ ਕੀਤਾ ਜਾ ਰਿਹਾ, ਵਿਰੋਧੀ ਧਿਰਾਂ ਦਾ ਕਹਿਣਾ। ਮੀਨਵਾਈਲ ਗੁਲਿੰਦਰ ਗਿੱਲ, ਮਨਜੀਤ ਸੁਰਖਾਂ, ਕੁਲਦੀਪ ਢਿੱਲੋਂ, ਬਲਵੰਤ ਸਿੰਘ ਬੰਤ ਵੀ ਸਾਡੇ ਨਾਲ ਫੇਸਬੁੱਕ 'ਤੇ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਕੁਲਦੀਪ ਢਿੱਲੋਂ ਕਹਿ ਰਹੇ ਨੇ ਕਿ ਰਾਸ਼ਟਰਪਤੀ ਜਿਹੜਾ ਵਾ ਉਹ ਮੁਲਕ ਦਾ ਮੁਖੀ ਹੁੰਦਾ ਵਾ, ਪਾਰਲੀਮੈਂਟ ਦਾ ਵੀ ਮੁਖੀ ਹੁੰਦਾ ਵਾ, ਉਹਨੂੰ ਇਨੋਗ੍ਰੇਸ਼ਨ ਕਰਨੀ ਚਾਹੀਦੀ ਆ। ਇਹ ਕਾਨੂੰਨ ਦੇ ਖਿਲਾਫ ਆ, ਔਰ ਬਾਈਕਾਟ ਕਰਨ ਦੀ ਬਜਾਏ ਕਿਸੇ ਨੂੰ ਇਹਦੇ ਉੱਪਰ ਕੋਰਟ ਦੇ ਵਿੱਚ ਜਾਣਾ ਚਾਹੀਦਾ ਵਾ, ਕੇਸ ਫਾਈਲ ਕਰਨਾ ਚਾਹੀਦਾ। ਇਹ ਕੁਲਦੀਪ ਢਿੱਲੋਂ ਦਾ ਵਿਚਾਰ ਹੈ। ਬਲਵੰਤ ਸਿੰਘ ਬੰਦ ਕਹਿ ਰਹੇ ਨੇ ਵਿਰੋਧੀ ਧਿਰਾਂ ਦਾ ਬਾਈਕਾਟ ਕੁਝ ਹੱਦ ਤੱਕ ਜਾਇਜ਼ ਹੈ ਕਿਉਂਕਿ ਹਿੰਦੂ ਰਾਸ਼ਟਰ ਬਣਾਉਣ ਵੱਲ BJP ਕਦਮ ਵਧਾ ਰਹੀ ਹੈ। ਅਮਿਤ ਸ਼ਾਹ ਜੀ ਕਹਿ ਚੁੱਕੇ ਹਨ ਕਿ BJP 50 ਸਾਲ ਰਾਜ ਕਰੇਗੀ, 2024 ਲਈ ਜੰਗ ਦਾ ਮੈਦਾਨ ਤਿਆਰ ਹੋ ਰਿਹਾ ਵਾ। ਇਹ ਕੁਲਦੀਪ ਢਿੱਲੋਂ ਦਾ ਵਿਚਾਰ ਆ, ਔਰ ਇਸ ਕਰਕੇ ਉਹਨਾਂ ਦਾ ਖਿਆਲ ਆ ਕਿ ਬਾਈਕਾਟ ਦਾ ਕਰਨ ਦਾ ਫੈਸਲਾ ਸਹੀ ਹੈ। ਮੀਨਵਾਈਲ ਹੋਰ ਵੀ ਕਮੈਂਟ ਆ ਰਹੇ ਨੇ, ਇੱਕ ਇੱਕ ਕਰਕੇ ਉਹ ਵੀ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ, ਬਟ ਵਿਲ ਟੇਕ ਦੀ ਨੈਕਸਟ ਕਾਲ ਨਾਓ। ਹੈਲੋ, ਆਪਣਾ ਸੰਧੂ ਸਾਹਿਬ ਸਤਿ ਸ੍ਰੀ ਅਕਾਲ, ਮੈਂ ਕੈਪਟਨ ਇਕਬਾਲ ਸਿੰਘ ਬੋਲਦਾ। ਜੀ ਕੈਪਟਨ ਸਾਹਿਬ, ਤੁਹਾਨੂੰ ਕੀ ਲੱਗਦਾ ਵਾ ਜੋ ਹੋ ਰਿਹਾ ਵਾ, ਇਹਦੇ ਬਾਰੇ ਕੀ ਕਹੋਗੇ? ਮੈਂ ਤੁਹਾਨੂੰ ਦੱਸ, ਪਹਿਲਾਂ ਤਾਂ ਬੜੀ ਖੁਸ਼ੀ ਦੀ ਗੱਲ ਹੈ, ਇਸ ਪ੍ਰੋਗਰਾਮ ਦੇ ਅੰਦਰ ਇੱਕ ਫੌਜ ਦੇ ਰਿਟਾਇਰਡ ਕਰਨਲ ਸਾਹਿਬ ਵੀ ਹਿੱਸਾ ਲੈਂਦੇ ਆ ਜੀ। ਮੇਰੇ ਖਿਆਲ 'ਚ ਉਹਨਾਂ ਨੇ 36 ਸਾਲ ਸਰਵਿਸ ਕੀਤੀ ਉਹ ਫੌਜ ਦੇ ਵਿੱਚ, ਇਹ ਖੁਸ਼ੀ ਦੀ ਗੱਲ ਹੈਗੀ ਜੀ ਜੀ। ਉਦਘਾਟਨ ਦੇ ਸਮੇਂ ਜੋ ਵਿਰੋਧੀ ਪਾਰਟੀਆਂ ਜਿਨ੍ਹਾਂ ਨੇ ਬਾਈਕਾਟ ਕੀਤਾ ਉਹ ਜਾਇਜ਼ ਹੈਗਾ। ਪਹਿਲਾਂ ਤਾਂ ਉਸ ਵੇਲੇ ਰੌਲਾ ਪਿਆ ਜਦੋਂ ਆਪਣਾ ਅਸ਼ੋਕ स्तंभ ਜਿਹੜੀ ਉਹਦੀ ਮੂਰਤੀ ਨੂੰ ਖਰਾਬ ਕੀਤਾ ਗਿਆ। ਅਸ਼ੋਕ स्तंभ, ਅਸ਼ੋਕ ਰਾਜਾ ਉਹ ਸੀ, ਉਹ ਸਾਰੀ ਦੁਨੀਆ ਉਸ ਨੂੰ ਜਾਣਦੀ ਹੈਗੀ ਹੈ ਜੀ। ਦੇਖੋ, ਜਿਸ ਵੇਲੇ ਗੁਜਰਾਤ ਦੇ ਅੰਦਰ ਮੋਦੀ ਸਾਹਿਬ ਨੇ ਸਟੇਡੀਅਮ ਦਾ ਉਦਘਾਟਨ ਕੀਤਾ, ਚੰਗਾ ਭਲਾ ਸਟੇਡੀਅਮ ਸੀਗਾ, ਨਵਾਂ ਬਣਾਇਆ, ਕਿਸੇ ਨੇ ਇਤਰਾਜ਼ ਕੀਤਾ ਹੀ ਨਹੀਂ ਹੈ। ਇੱਥੇ ਤਾਂ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ, ਇਸ ਵੇਲੇ ਕੋਈ ਦੱਸ ਨਹੀਂ। ਇਹ ਸਾਡੇ ਭਾਰਤ ਦੀ ਦੂਜੀ ਔਰਤ ਰਾਸ਼ਟਰਪਤੀ ਸੀਗੀ। ਚੁੱਗ ਸਾਹਿਬ ਕਹਿੰਦੇ ਇਹ ਤਾਂ ਇਨਸਾਫ ਦਾ ਮੰਦਰ ਹੈ, ਇਹ ਮੰਦਰ ਦੇ ਵਿੱਚ ਤਾਂ ਸ਼ਡਿਊਲ ਕਾਸਟ ਨੂੰ ਵੜਨ ਨਹੀਂ ਦਿੰਦੇ। ਮੇਰੇ ਨਾਲ ਖੁਦ ਹੋਈ ਵਿਸ਼ਵਨਾਥ ਦੇ ਮੰਦਰ ਕਾਸ਼ੀ ਮੈਂ ਗਿਆ, ਮੈਨੂੰ ਕਹਿੰਦੇ ਤੇਰੀ ਜਾਤ ਕੀ ਹੈ? ਉਹ ਮੈਂ ਕਿਹਾ ਮੈਂ ਤੇਰੇ ਸਾਹਮਣੇ ਖੜਾ, ਮੇਰੀ ਵਰਦੀ ਪਾਈ ਹੈ, ਮੇਰੀ ਜਾਤ ਤਾਂ ਇਹੋ ਹੀ ਹੈ। ਕਹਿੰਦਾ ਤਾਂ ਵੀ ਦੱਸ। ਮੈਂ ਕਿਹਾ ਜੱਟ ਸਿੱਖ ਹੈ,
ਫਿਰ ਮੈਨੂੰ ਉਹਨੇ ਅੰਦਰ ਜਾਣ ਦਿੱਤਾ। ਉਹਦੀ ਧੋਤੀ 'ਚ 1.5 ਕੁਆਂਟਲ ਮੈਲ ਸੀ ਤੇ ਮੈਂ ਫੌਜੀ ਵਰਦੀ 'ਚ ਖੜਾ ਹੋਇਆ ਸੀ। ਆਹ ਤਾਂ ਇਹਨਾਂ ਦੀ ਹਾਲਤ ਹੈ। ਸਾਬਕਰ ਕਿਤੇ ਨਹੀਂ ਲਿਖਿਆ ਪੰਜਾਬੀ ਦੇ ਇਤਿਹਾਸ ਵਿੱਚ ਵੀ ਸਾਬਕਰ। ਜਦੋਂ ਦੇਸ਼ ਆਜ਼ਾਦ ਹੋਇਆ 350 ਕੈਦੀ ਸੀ ਕਾਲੇ ਪਾਣੀ ਦੇ ਵਿੱਚ, 80% ਸਿੱਖ ਤੇ ਪੰਜਾਬੀ ਸੀ। ਉਹ ਤਾਂ ਆਪਣੇ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਸੀ ਉਹਨੇ ਵੀ ਨਹੀਂ ਸੀ ਛੱਡੇ। ਅਜੇ ਜਿਉਂਦਾ ਬੈਠਾ ਇੱਥੇ ਆਪਣਾ ਉਹ ਜੋ ਢਿੱਲੋਂ ਖਬਰਾਂ ਦਿੰਦਾ ਹੁੰਦਾ ਉਹਨੂੰ ਪੁੱਛ ਲਓ ਭਾਈ, ਉਹ ਛੱਡੇ ਤਾਂ ਸੀ ਵੀ ਇਹ ਮੇਰੀ ਕੁਰਸੀ ਨੂੰ ਹੱਥ ਹੋ ਕਿ ਇਹਨਾਂ ਨੂੰ ਉਹਨਾਂ ਦੇ ਵਿੱਚੋਂ ਕੋਈ ਨਹੀਂ ਮਿਲਿਆ ਜੇ ਉਹਦਾ ਦੇ ਕਿਸੇ ਜਨਮ ਦਿਨ ਦੇ ਉੱਤੇ ਰੱਖਿਆ ਜਾਂਦਾ। ਅਕਾਲੀ ਦਲ ਦੇਖ ਲਓ ਆਪ ਕਹਿ ਰਿਹਾ, ਇਸ ਵੇਲੇ ਮੈਂ ਸੁਣ ਰਿਹਾ, ਕੌਣ ਕਹਿ ਰਿਹਾ ਹੈ? ਆਪਣਾ ਚੀਮਾ ਸਾਹਿਬ ਜੋ ਬੁਲਾਰਾ ਕਹਿੰਦਾ ਅਸੀਂ ਤਾਂ ਜਾਵਾਂਗੇ, ਕਿਉਂਕਿ ਉਹਨਾਂ ਨੇ ਉਹਦੇ ਨਾਲ ਮਿਲ ਮਿਲਾ ਕੇ, ਤੁਸੀਂ ਗੱਲ ਯਾਦ ਰੱਖੋ, ਜੇ ਵੋਟਾਂ ਪਾਉਣੀਆਂ ਸਾਂਝ ਪਾਉਣੀ ਹੈ, ਸਭ ਆਪੋ ਆਪਣਾ ਫਾਇਦਾ ਸੋਚ ਰਹੇ ਆ। ਜੋ ਬਣਾਇਆ ਚਲੋ ਠੀਕ ਹੈ, ਪਰਮਾਤਮਾ ਸ਼ੁਕਰ ਕਰੇ ਚੰਗਾ ਸੀਮੈਂਟ ਵਗੈਰਾ ਲਾਇਆ ਜਾਵੇ। ਤੇ ਅੰਗਰੇਜ਼ਾਂ ਦੇ ਟਾਈਮ ਤੇ ਤਾਂ ਪੁਲ ਬਣਾਏ ਜਿਹੜੇ ਅਜੇ ਸਾਥੋਂ ਟੁੱਟੇ ਨਹੀਂ, ਸਾਈਡ ਦੇ ਤੇ ਅਸੀਂ ਸੜਕਾਂ ਬਣਾ ਲਈਆਂ ਹੈਗੀਆਂ ਜੀ। ਜੋ ਕੁਝ ਹੋ ਰਿਹਾ ਠੀਕ ਨਹੀਂ ਹੋ ਰਿਹਾ, ਹੋਰ ਬਥੇਰੇ ਯੋਧੇ ਹੈਗੇ ਉਹਦੇ ਜਨਮ ਦਿਨ ਤੇ ਰੱਖਿਆ ਜਾ ਸਕਦਾ। ਸਾਬਕਰ ਦੇ ਨਾਂ ਤੇ ਪਹਿਲਾਂ ਚੰਡੀਗੜ੍ਹ ਦਾ ਏਅਰਪੋਰਟ ਦਾ ਨਾਂ ਰੱਖ ਰਹੀ ਤੇ ਭਗਤ ਸਿੰਘ ਦੇ ਨਾਂ ਤੇ ਇਤਰਾਜ਼ ਹੋ ਰਿਹਾ ਸੀ। ਉਹ ਅਸੀਂ ਕਰਾਂਗੇ ਕੀ ਜਦੋਂ ਸਾਡੇ ਆਪ ਦੇ ਕਈ ਜਾਂਦੇ ਭਗਤ ਸਿੰਘ ਤਾਂ ਅੱਤਵਾਦੀ ਸੀ। ਸਤਿ ਸ੍ਰੀ ਅਕਾਲ। ਮਿਹਰਬਾਨੀ ਕੈਪਟਨ ਇਕਬਾਲ ਸਿੰਘ ਨੇ 4-5 ਗੱਲਾਂ ਆਪਣੇ ਵਿਚਾਰ 4-5 ਗੱਲਾਂ ਦੇ ਉੱਤੇ ਵਿਚਾਰ ਸਾਂਝੇ ਕੀਤੇ ਆ ਔਰ ਉਹਨਾਂ ਦੇ ਉੱਪਰ ਵੀ ਤੁਸੀਂ ਟਿੱਪਣੀ ਕਰ ਸਕਦੇ ਜੀ। ਦੇਖਦੇ ਹਾਂ ਸਾਡੇ ਅਗਲੇ ਕਾਲਰ ਕੀ ਇਸ ਮਸਲੇ ਉੱਪਰ ਕੀ ਉਹਨਾਂ ਦਾ ਦ੍ਰਿਸ਼ਟੀਕੋਣ ਹੈ। ਹੈਲੋ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ। ਡਾਕਟਰ ਅਮਰਿਤ ਸਿੰਘ ਕੈਲੀਫੋਰਨੀਆ ਮੈਂ ਬੋਲ ਰਿਹਾ ਜੀ। ਹਾਂਜੀ ਭਾਈ ਸਾਹਿਬ, ਸਵਾਗਤ ਹੈ ਸ਼ੋਅ ਦੇ ਵਿੱਚ। ਹਾਂਜੀ, ਥੈਂਕ ਯੂ ਸਰ। ਬਹੁਤ ਮੇਰੇ ਜਸਟ ਇਹੀ ਵਿਚਾਰ ਸੀਗੇ ਕਿ ਜਦੋਂ ਅਮਰੀਕਾ ਨੇ ਇੰਗਲੈਂਡ ਤੋਂ ਇੰਡੀਪੈਂਡੈਂਸ ਆਜ਼ਾਦੀ ਲਈ ਸੀ ਤੇ ਇਹਨਾਂ ਨੇ ਲਿਬਰਟੀ ਬੈਲ ਵਜਾਈ ਸੀਗੀ ਤੇ ਲਿਬਰਟੀ ਬੈਲ 'ਚ ਕਰੈਕ ਆਉਣੇ ਸ਼ੁਰੂ ਹੋ ਗਏ ਸੀ, ਪਰ ਗੌਰਮੈਂਟ ਨੇ ਦੁਬਾਰਾ ਉਹਨੂੰ ਰਿਪੇਅਰ ਨਹੀਂ ਕੀਤਾ। ਤੇ ਕਈ ਵਾਰ ਕੁਐਸਚਨ ਇੱਥੇ ਉੱਠਦਾ ਹੈਗਾ ਵੀ ਅਮਰੀਕਨ ਜਿਹੜੀਆਂ ਸਟੇਟਸ ਹੈਗੀਆਂ ਇਹਨਾਂ ਦੀ ਯੂਨਿਟੀ ਮਤਲਬ ਹਜੇ ਇੰਨੀ ਸਟਰੋਂਗ ਨਹੀਂ ਹੁਣ ਰਹੀ ਹੈਗੀ, ਜਾਂ ਦਿਸ ਕੁਐਸਚਨ ਅਰਾਈਜ਼ਸ ਮੈਨੀ ਟਾਈਮਸ। ਪਰ ਅਜੇ ਵੀ ਕੰਟਰੀ ਮਤਲਬ ਸੁਪਰ ਪਾਵਰ ਹੈ ਔਰ ਗਿਆਨ ਦੀ ਇੱਥੇ ਇੰਨੀ ਕੀਮਤ ਹੈ ਵੀ ਬਾਕੀ ਜਿਹੜੇ ਛੋਟੇ ਛੋਟੇ ਮੁਲਕ ਹੈਗੇ ਉਹਨਾਂ ਨੇ ਆਪਣੇ ਆਪ ਨੂੰ ਧੱਕੇ ਨਾਲ ਅਮਰੀਕਾ ਦੇ ਵਿੱਚ ਸ਼ਾਮਿਲ ਕਰ ਲਿਆ। ਕੁਝ ਕੰਟਰੀਜ਼ ਨੇ ਅਮਰੀਕਨ ਡਾਲਰ ਨੂੰ ਆਪਣੀ ਕਰੰਸੀ ਬਣਾ ਲਿਆ ਕਿਉਂਕਿ ਉਹਨਾਂ ਦੀ ਆਪਣੀ ਕਰੰਸੀ ਦੀ ਕੋਈ ਕੀਮਤ ਨਹੀਂ ਰਹੀ ਹੈਗੀ ਗਲਤ ਪੋਲੀਟਿਕਸ ਕਰਕੇ। ਇਸੇ ਕਰਕੇ ਇਹ ਬਿਲਕੁਲ ਜਸਟ ਲਾਈਕ ਦੈਟ ਜਿਹੜਾ ਇਹ ਮਤਲਬ ਨਵੀਂ ਠੀਕ ਆ ਪਾਰਲੀਮੈਂਟ ਦੀ ਬਿਲਡਿੰਗ ਬਣਾਈ ਹੈ, ਬਟ ਇਨ ਮਾਈ ਓਪੀਨੀਅਨ ਵੀ ਜਦੋਂ ਇੰਨੇ ਲੋਕ ਭੁੱਖੇ ਸੌਂਦੇ ਆ ਹਿੰਦੁਸਤਾਨ ਦੇ ਵਿੱਚ ਤੇ ਗੌਰਮੈਂਟ ਨੂੰ ਇਹ ਕਦਮ ਨਹੀਂ ਉਠਾਉਣਾ ਚਾਹੀਦਾ ਸੀਗਾ, ਸਗੋਂ ਐਜੂਕੇਸ਼ਨ ਤੇ ਲੋਕਾਂ ਦੇ ਮਤਲਬ ਫਾਇਦੇ ਲਈ ਜਾਂ ਬਿਹਤਰੀ ਲਈ ਇਹ ਪੈਸੇ ਲਾਉਣੇ ਚਾਹੀਦੇ ਸੀਗੇ। ਪਰ ਉਹਦੀ ਦਿੱਕਤ ਇਹ ਆ ਉਹਦੇ 'ਚ ਪੂਰੇ ਮੈਂਬਰ ਪੂਰੇ ਨਹੀਂ ਆਉਂਦੇ ਉਹਦੇ ਵਿੱਚ, ਉਹਦਾ ਕੀ ਕੀਤਾ ਜਾਏ? ਹਾਂਜੀ, ਇੱਕ ਫਲੋਰ ਹੋਰ ਕ੍ਰੀਏਟ ਕਰ ਸਕਦੇ। ਟੈਕਨੋਲੋਜੀ ਕਿੰਨੀ ਐਡਵਾਂਸ ਹੋ ਗਈ ਹੈ, ਮਤਲਬ ਕੁਝ ਹੋਰ ਵੀ ਕੀਤਾ ਜਾ ਸਕਦਾ ਸੀ ਵੀ 1200 ਕਰੋੜ ਰੁਪਈਆ ਲਾ ਕੇ ਇੱਕ ਸਪੈਸ਼ਲ ਬਿਲਡਿੰਗ ਤਿਆਰ ਕਰਨੀ ਤੇ ਉਹਦੇ ਨਾਲੋਂ ਮਤਲਬ ਹੋਰ ਕਈ ਕੁਝ ਲੋਕਾਂ ਲਈ ਕੀਤਾ ਜਾ ਸਕਦਾ ਸੀਗਾ। ਸੋ ਹੋਰ ਸੀਟਾਂ ਉਹਦੇ 'ਚ ਕ੍ਰੀਏਟ ਕਰਦੇ, ਪਰ ਹੈਰੀਟੇਜ ਬਿਲਡਿੰਗ ਸੀ ਉਹ। ਹੈਰੀਟੇਜ ਬਿਲਡਿੰਗ ਨਾਲ ਜੇ ਛੇੜਛਾੜ ਕਰੋ ਤੇ ਉਹ ਬਿਲਡਿੰਗ ਕਈ ਵਾਰ ਖਰਾਬ ਹੋ ਸਕਦੀ ਹੈ ਜਾਂ ਢਹਿ ਵੀ ਸਕਦੀ ਹੈ। 100 ਸਾਲ ਪੁਰਾਣੀ ਬਿਲਡਿੰਗ ਨਹੀਂ, ਦੇਖੋ ਆਰਕੀਟੈਕਚਰ ਦੀ ਜਿਹੜੀ ਸਾਇੰਸ ਆ ਉਹ ਕਿੰਨੀ ਐਡਵਾਂਸ ਹੋ ਚੁੱਕੀ ਹੈ ਵੀ ਉਹ ਕੁਝ ਵੀ ਕੀਤਾ ਜਾ ਸਕਦਾ ਹੈ। ਮਤਲਬ ਰਿਪੇਅਰ ਕੋਈ ਮਤਲਬ ਜੇ ਗੌਰਮੈਂਟ ਦੀ ਮਨਸ਼ਾ ਹੋਵੇ ਤੇ ਕੁਝ ਵੀ ਕੀਤਾ ਜਾ ਸਕਦਾ। ਮੇਰੇ ਅਨੁਸਾਰ ਮੈਨੂੰ ਯਾਦ ਨਹੀਂਗਾ ਵੀ ਜਿਹੜਾ ਲੋਕ ਸਭਾ ਤੇ ਰਾਜ ਸਭਾ ਦਾ ਚੈਂਬਰ ਕਿੰਨੇ ਦੂਰ ਨੇ ਇੱਕ ਦੂਜੇ ਤੋਂ, ਪਤਾ ਨਹੀਂ ਇਹ ਦੋਵਾਂ ਨੂੰ ਮਿਲਾਇਆ ਵੀ ਜਾ ਸਕਦਾ ਕਿ ਨਹੀਂ ਮਿਲਾਇਆ ਜਾ ਸਕਦਾ, ਪਰ ਸ਼ਾਇਦ ਕੋਈ ਦਿੱਕਤ ਹੋਣੀ ਆ ਜਿਹੜਾ ਉਹਨੂੰ ਐਕਸਪੈਂਡ ਨਹੀਂ ਸੀ ਕੀਤਾ ਜਾ ਸਕਦਾ। ਔਰ ਸ਼ਾਇਦ ਇਸੇ ਕਰਕੇ ਕਿਉਂਕਿ 2026 ਤੋਂ ਬਾਅਦ ਮੈਂਬਰਸ ਦੀ ਗਿਣਤੀ ਹੋਰ ਵੱਧ ਜਾਣੀ ਆ। ਹੁਣ ਤਾਂ ਵੈਸੇ ਕਈ ਸਾਲਾਂ ਤੋਂ 543 ਆ, ਲੇਕਿਨ ਇਹ 600 ਟੱਪ ਸਕਦੀ ਹੈ। ਨਹੀਂ, ਬ੍ਰਿਟਿਸ਼ ਪਾਰਲੀਮੈਂਟ ਬਾਰੇ ਕਿਹਾ ਜਾਂਦਾ ਵੀ ਉਹਦੀ ਬਿਲਡਿੰਗ ਦੀ ਰਿਪੇਅਰ ਹੋਣ ਵਾਲੀ ਆ, ਉੱਥੇ ਚੂਹੇ ਫਿਰਦੇ ਰਹਿੰਦੇ ਆ, ਪਰ ਅਜੇ ਤੱਕ ਉਹਨਾਂ ਨੇ ਕੋਈ ਇਦਾਂ ਦਾ ਕਦਮ ਨਹੀਂ ਉਠਾਇਆ ਵੀ ਆਪਣੀ ਜਿਹੜੀ ਹੈਰੀਟੇਜ ਹੈ ਜਾਂ ਪੁਰਾਣੀਆਂ ਬਿਲਡਿੰਗਾਂ ਨੂੰ ਤੋੜ ਕੇ ਤੇ ਨਵੀਂ ਕੋਈ ਤਿਆਰ ਕੀਤੀ ਹੋਵੇ, ਜਦੋਂ ਕਿ ਇਹਨਾਂ ਕੰਟਰੀਆਂ ਕੋਲ ਇੰਨਾ ਪੈਸਾ ਵੀ ਹੈ 15 ਦਿਨਾਂ 'ਚ ਵੀ ਇਹ ਕੰਮ ਕਰ ਸਕਦੀਆਂ। ਸੋ ਇਨ ਮਾਈ ਓਪੀਨੀਅਨ ਵੀ ਉਹ ਭਾਵੇਂ ਉਹ ਲੂਟਨ ਦਿੱਲੀ ਜਿਹੜੀ ਕਹੀ ਜਾਂਦੀ ਹੈ ਵੀ ਉਹਦੀ ਇੱਕ ਪੁਰਾਣੀ ਆਪਣੀ ਇਤਿਹਾਸਕ ਮਹੱਤਤਾ ਹੈਗੀ ਹੈ ਵੀ ਉਹ ਜਿਵੇਂ ਗੋਰੇ ਛੱਡ ਕੇ ਗਏ ਆ ਉਹ ਸਿਸਟਮ ਅਜੇ ਵੀ ਚੱਲੀ ਜਾ ਰਿਹਾ। ਪਰ ਜਿਹੜਾ ਦੂਜਾ ਵਿਵਾਦ ਹੈ ਵੀ ਰਾਸ਼ਟਰਪਤੀ ਇਹਦਾ ਉਦਘਾਟਨ ਕਰੇ ਕਿ ਪ੍ਰਧਾਨ ਮੰਤਰੀ, ਉਹਦੇ ਬਾਰੇ ਕੀ ਕਹੋਗੇ? ਮਤਲਬ ਰਾਸ਼ਟਰਪਤੀ ਅਜੇ ਵੀ ਉਹ ਬ੍ਰਿਟਿਸ਼ ਲੈਗੇਸੀ ਨੂੰ
ਰਿਪਰੈਜ਼ੈਂਟ ਕਰਦਾ ਆ ਮਤਲਬ। ਤੇ ਅਕੋਰਡਿੰਗਲੀ ਮੈਨੂੰ ਤਾਂ ਇਹ ਲੱਗਦਾ ਵੀ ਜੇ ਮਤਲਬ ਬ੍ਰਿਟਿਸ਼ ਪਾਰਲੀਮੈਂਟ ਦੇ ਸਪੀਕਰ ਨੂੰ ਲਿਆ ਕੇ ਉਦਘਾਟਨ ਲਈ ਕਿਹਾ ਜਾਂਦਾ ਤਾਂ ਇਟ ਵੁੱਡ ਹੈਵ ਬੀਨ ਬੈਟਰ, ਕਿਉਂਕਿ ਵੀ ਆਰ ਬਿਕਮਿੰਗ ਲਾਈਕ ਅ ਗਲੋਬਲ ਵਿਲੇਜ। ਤੇ ਪਾਰਟੀਸ਼ਨ ਤੋਂ ਬਾਅਦ ਜੋ ਫਾਇਦਾ ਹੋਇਆ ਹੈ ਉਹ ਸਾਨੂੰ ਸਭ ਨੂੰ ਪਤਾ ਵੀ ਸਾਨੂੰ ਹਿੰਦੁਸਤਾਨ ਨੂੰ ਕਿੰਨਾ ਕੁ ਫਾਇਦਾ ਹੋਇਆ। ਮਿਹਰਬਾਨੀ। ਇੱਕ ਨਵਾਂ ਪਰਸਪੈਕਟਿਵ ਦਿੱਤਾ ਭਾਈ ਸਾਹਿਬ ਨੇ ਕਿ ਬ੍ਰਿਟਿਸ਼ ਪਾਰਲੀਮੈਂਟ ਦੇ ਸਪੀਕਰ ਨੂੰ ਵੀ ਬੁਲਾਇਆ ਜਾ ਸਕਦਾ ਸੀਗਾ। ਵੈਸੇ ਵੀ ਜਿਹੜਾ ਹੈੱਡ ਆਫ ਦੀ ਸਟੇਟ ਹੈ ਜਿਹੜਾ ਉਹ ਤਾਂ ਰਾਸ਼ਟਰਪਤੀ ਹੀ ਹੁੰਦਾ ਵਾ, ਰਾਸ਼ਟਰਪਤੀ ਦੇ ਨਾਂ 'ਤੇ ਹੀ ਸਰਕਾਰ ਚੱਲਦੀ ਹੈ। ਸੋ ਜੇ ਰਾਸ਼ਟਰਪਤੀ ਨੂੰ ਵੀ ਬੁਲਾ ਲੈਂਦੇ ਤਾਂ ਮੇਰੇ ਖਿਆਲ ਉਹਦੇ 'ਚ ਕੋਈ ਹਰਜ ਨਹੀਂ ਸੀਗਾ, ਸ਼ਾਇਦ ਇੱਕ ਚੰਗਾ ਜੈਸਚਰ ਮੰਨਿਆ ਜਾਣਾ ਸੀਗਾ, ਸਰਕਾਰ ਦਾ ਵੱਡਾਪਣ ਮੰਨਿਆ ਜਾਣਾ ਸੀ ਜੇ ਇਹ ਕਰ ਦਿੰਦੇ, ਲੇਕਿਨ ਇਹ ਨਹੀਂ ਹੋਇਆ। ਔਰ ਵਿਰੋਧੀ ਧਿਰਾਂ ਇਸੇ ਕਰਕੇ 28 ਮਈ ਦਾ ਜਿਹੜਾ ਫੰਕਸ਼ਨ ਆ ਉਹਨੂੰ ਬਾਈਕਾਟ ਕਰ ਰਹੇ ਆ। ਵੱਖਰੇ ਵੱਖਰੇ ਵਿਚਾਰ ਆ ਰਹੇ ਆ, ਚੰਗੇ ਵਿਚਾਰ ਆ ਰਹੇ ਆ। ਮੈਂ ਤੁਹਾਨੂੰ ਬੜਾ ਤਹਿ ਦਿਲੋਂ ਧੰਨਵਾਦ ਵੀ ਕਰਨਾ ਚਾਹੁੰਦਾ ਹਾਂ। ਮੀਨਵਾਈਲ ਦਵਿੰਦਰ ਲੋਪੋ ਵੀ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ, ਹਾਂਜੀ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸ਼ੇਰਗਿਲ ਜੀ। ਸੰਧੂ ਸਾਹਿਬ ਇਹਨਾਂ ਨੇ ਇਸ ਤਰ੍ਹਾਂ ਹੀ ਕਰਨਾ, ਏਦਾਂ ਦੇ ਕੰਮ ਕਰਨੇ ਨੇ। ਸਾਨੂੰ ਤਾਂ ਉਸ ਗੱਲ ਤੇ ਅਫਸੋਸ ਹੈ ਵੀ ਉਸ ਟਾਈਮ ਸਾਡੇ ਨੌਜਵਾਨ ਮੁੰਡਿਆਂ ਨੇ ਫਾਂਸੀਆਂ ਦੇ ਰੱਸੇ ਚੁੰਮੇ, ਠੀਕ ਹੀ ਇੰਨਾ ਲੜੇ ਬ੍ਰਿਟਿਸ਼ ਸਰਕਾਰ ਦੇ ਖਿਲਾਫ, ਉਹਨਾਂ ਦੇ ਘਰ-ਬਾਰ ਬਰਬਾਦ ਹੋ ਗਏ, ਠੀਕ ਹੈ ਜੀ। ਉਹਨਾਂ ਦੀ ਕੋਈ ਯਾਦ ਨਹੀਂ ਹੈ ਇਹਨਾਂ ਨੂੰ। ਇੱਕ ਬੰਦਾ ਜਿਹੜਾ ਮਾਫੀ ਮੰਗਿਆ, ਕਹਿੰਦੇ ਵੀ ਉਸ ਟਾਈਮ ਅੰਗਰੇਜ਼ਾਂ ਤੋਂ ਪੈਨਸ਼ਨ ਵੀ ਲੈਂਦਾ ਰਿਹਾ ਹੈ, ਠੀਕ ਹੈ ਨਾ ਜੀ, ਤੇ ਉਸ ਨੂੰ ਅੱਗੇ ਕੀਤਾ ਜਾ ਰਿਹਾ। ਇਹ ਕੀ ਸਿੱਧ ਕੀਤਾ ਜਾ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਦੇਸ਼ ਤੇ ਕੋਈ ਭੀੜ ਪਵੇ, ਦੇਸ਼ ਗੁਲਾਮੀ ਵੱਲ ਜਾਵੇ, ਕੋਈ ਕੁਰਬਾਨੀ ਨਾ ਦੇਵੇ, ਕਿਉਂਕਿ ਕੁਰਬਾਨੀ ਦੇਣ ਵਾਲਾ ਹਮੇਸ਼ਾ ਨੀਚੇ ਜਾਂਦਾ, ਉਹਨੂੰ ਜ਼ੀਰੋ ਬਣਾਇਆ ਜਾਂਦਾ। ਜਿਹੜੇ ਏਦਾਂ ਦੇ ਮਤਲਬ ਮੈਂ ਤਾਂ ਹੁਣ ਅਨਪੜ੍ਹ ਹੀ ਕਹੂੰਗਾ ਜਿਹੜਾ ਚੱਲ ਰਿਹਾ ਹੈਗਾ ਸਿਸਟਮ, ਨਾ ਕੋਈ ਡਿਗਰੀ ਹੈ ਨਾ ਕੋਈ ਸਰਟੀਫਿਕੇਟ ਹੈ, ਏਦਾਂ ਦੇ ਲੋਕ ਉੱਤੇ ਆਉਂਦੇ ਨੇ, ਉਹ ਉਹਨਾਂ ਲੋਕਾਂ ਦੀ ਕੁਰਬਾਨੀ ਨੂੰ ਖਤਮ ਕਰਦੇ ਨੇ। ਇਹ ਕੁਰਬਾਨੀ ਦੇਣ ਵਾਲਿਆਂ ਨੂੰ ਵੀ ਚੈਲੰਜ ਕੀਤਾ ਗਿਆ, ਇਹ ਸੁਪਰੀਮ ਕੋਰਟਾਂ ਨੂੰ ਵੀ ਚੈਲੰਜ ਕੀਤਾ ਗਿਆ, ਤੇ ਰਾਸ਼ਟਰਪਤੀ ਨੂੰ ਵੀ ਚੈਲੰਜ ਕੀਤਾ ਗਿਆ। ਜੇ ਤੁਹਾਨੂੰ ਰਾਸ਼ਟਰਪਤੀ ਲੋੜ ਨਹੀਂ, ਉਹਨੂੰ ਖਤਮ ਹੀ ਕਰ ਦਿਓ, ਕਿਉਂਕਿ ਤਿੰਨੇ ਸੈਨਾਵਾਂ ਦਾ ਉਹ ਰਾਸ਼ਟਰਪਤੀ ਹੁੰਦਾ। ਹੁਣ ਤਾਂ ਇਹਨਾਂ ਨੇ ਪੋਲੀਟੀਕਲ ਪੋਸਟ ਬਣਾ ਕੇ ਉਹ ਵੀ ਪਾਵਰ ਖਤਮ ਕਰਤੀ ਹੈ। ਹੁਣ ਜਿਹੜੀ ਹੈ ਸੈਨਾ ਹੈ ਉਹ ਸਿੱਧੀ ਪ੍ਰਾਈਮ ਮਿਨਿਸਟਰ ਨੂੰ ਰਿਪੋਰਟ ਕਰਦੀ ਹੈ, ਨਾ ਕਿ ਰਾਸ਼ਟਰਪਤੀ ਨੂੰ ਕਰਦੀ ਹੈ। ਇਹਨਾਂ ਦੇ ਸਾਰੇ ਦਿਖਾਉਣ ਵਾਲੇ ਦੰਦ ਹੋਰ ਨੇ ਤੇ ਖਾਣ ਵਾਲੇ ਹੋਰ ਨੇ, ਦੇਸ਼ ਨੂੰ ਬੇਵਕੂਫ ਬਣਾ ਰਹੇ ਨੇ ਤੇ ਲੁੱਟ ਰਹੇ ਨੇ। ਇਹਨਾਂ ਤੋਂ ਬਚਣਾ ਚਾਹੀਦਾ। ਥੈਂਕ ਯੂ ਸਰ। ਮਿਹਰਬਾਨੀ। ਜਿਹੜੇ ਰਾਸ਼ਟਰਪਤੀ ਹੁੰਦੇ ਆ ਉਹ ਤਿੰਨਾਂ ਜਿਹੜਾ ਸੈਨਾ ਨੇ, ਆਰਮੀ, ਏਅਰ ਫੋਰਸ, ਨੇਵੀ, ਉਹਨਾਂ ਦੇ ਕਮਾਂਡਰ ਇਨ ਚੀਫ ਹੁੰਦੇ ਆ। ਸੋ ਉਹਨਾਂ ਨੂੰ ਉਹਦਾ ਵੀ ਪ੍ਰੋਪਰ ਸਤਿਕਾਰ ਨਹੀਂ ਦਿੱਤਾ ਜਾ ਰਿਹਾ। ਇਹ ਸ਼ੇਰਗਿਲ ਸਾਹਿਬ ਦਾ ਵਿਚਾਰ ਹੈ। ਰਿਹਾਨਾ ਜਹਾਨ ਖਾਨ ਸਾਡੇ ਨਾਲ ਫੇਸਬੁੱਕ 'ਤੇ ਜੁੜ ਗਏ ਨੇ, ਉਹਨਾਂ ਦਾ ਵੀ ਸਵਾਗਤ ਹੈ। ਬਲਵੰਤ ਸਿੰਘ ਬੰਦ ਕਰ ਰਹੇ ਨੇ, ਜੋ ਕੈਪਟਨ ਸਾਹਿਬ ਨੇ ਕਿਹਾ ਉਹ ਬਿਲਕੁਲ ਠੀਕ ਕਿਹਾ। ਦਵਿੰਦਰ ਲੋਪੋ ਦਾ ਵਿਚਾਰ ਫੇਸਬੁੱਕ ਦੇ ਉੱਪਰ ਆਇਆ। ਉਹ ਕਹਿ ਰਹੇ ਨੇ ਸੈਸ਼ਨ ਸਮੇਂ ਸਭ ਨੇ ਤਕਰੀਰਾਂ ਉੱਤੇ ਉੱਥੇ ਹੀ ਦੇਣੀਆਂ ਹਨ। ਕੇਂਦਰ ਨੂੰ ਪਹਿਲ ਕਦਮੀ ਕਰਕੇ ਸਭ ਨੂੰ ਸ਼ਾਮਲ ਕਰਕੇ ਆਪਣੀ ਕੁੜੱਤਣ ਘਟਾ ਕੇ ਵਧੀਆ ਮਾਹੌਲ ਬਣਾਉਣਾ ਚਾਹੀਦਾ ਹੈ। ਦਵਿੰਦਰ ਲੋਪੋ ਦਾ ਬੜਾ ਸੁਝਾਅ ਵਧੀਆ ਵਾ ਕਿ ਇਸ ਮਸਲੇ ਨੂੰ ਸੌਰਟ ਆਊਟ ਕਰਨ ਦੀ ਲੋੜ ਆ, ਕਿਉਂਕਿ ਬਾਅਦ ਵਿੱਚ ਸਾਰਿਆਂ ਨੇ ਇਕੱਠੇ ਬੈਠਣਾ ਉੱਥੇ। ਸੋ ਇਹਨੂੰ ਹੁਣੇ ਕਿਉਂ ਨਾ ਖਤਮ ਕਰ ਲਿਆ ਜਾਵੇ। ਜਿਹੜਾ ਕੁੜੱਤਣ ਪੈਦਾ ਹੋਈ ਆ, ਤਲਖੀ ਪੈਦਾ ਹੋਈ ਹੈ, ਇਹਨੂੰ ਖਤਮ ਕਿਉਂ ਨਾ ਕਰ ਲਿਆ ਜਾਵੇ। ਬਹੁਤ ਅੱਛਾ ਸੁਝਾਅ ਆ। ਪਰ ਮੇਰੇ ਖਿਆਲ ਹੁਣ ਸਮਾਂ ਹੀ 3 ਦਿਨ ਰਹਿ ਗਏ ਆ, 2 ਦਿਨ ਰਹਿ ਗਏ ਆ। ਪਤਾ ਨਹੀਂ 2 ਦਿਨ ਦੇ ਵਿੱਚ ਸਾਰੀਆਂ ਇਨਵਾਈਟ ਨਵੇਂ ਬਣ ਸਕਦੇ ਆ, ਰਾਸ਼ਟਰਪਤੀ ਨੂੰ ਸੱਦਿਆ ਜਾ ਸਕਦਾ ਵਾ। ਕੀ ਇਹ ਭਾਜਪਾ ਕਰੂਗੀ ਕਿ ਨਹੀਂ ਕਰੂਗੀ, ਹੁਣ ਪਤਾ ਨਹੀਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਮੇਵਾਲੀ। ਹਾਂਜੀ ਸਮੇਵਾਲੀ ਜੀ। ਹਾਂਜੀ ਸਰ, ਬੇਨਤੀ ਹੈਗੀ ਹੈ ਵੀ ਲੋਕ ਤੇ ਭੁੱਖ ਨਾਲ ਵਿਲਕਦੇ ਫਿਰਦੇ ਨੇ ਜੀ, ਤੇ ਮਸਕਰੀਆਂ ਕਰਦੇ ਨੇ। ਵੇਖੋ ਜਦੋਂ ਕਰੋਨਾ ਆਇਆ ਉਦੋਂ ਲੋਕਾਂ ਦਾ ਕੀ ਹਾਲ ਸੀ। ਹਜ਼ਾਰਾਂ ਅਮੀਰ ਲੋਕ ਸੜਕਾਂ ਦੇ ਧੱਕੇ ਖਾਂਦੇ ਫਿਰਦੇ ਰਹੇ, ਕਿਸੇ ਨੂੰ ਕੋਈ ਵੈਂਟੀਲੇਟਰ ਨਹੀਂ ਮਿਲਿਆ ਤੇ ਲੋਕ ਸਾਹ ਖੁਣੋਂ ਮਰ ਗਏ। ਤੇ ਇਹ ਬਿਲਡਿੰਗਾਂ ਬਣਾਉਂਦੇ ਫਿਰਦੇ ਨੇ। ਤੇ ਬਾਕੀ ਆ ਪੰਜਾਬ ਵਾਲਿਆਂ ਦੀ ਸਰ ਗੱਲ ਰਹੀ, 2-2 ਲੱਖ ਪਿੱਛੇ ਕਿਸਾਨ ਗਲ 'ਚ ਰੱਸਾ ਪਾਉਂਦੇ ਫਿਰਦੇ ਨੇ, ਤੇ ਕਿੰਨੇ 100 ਕਰੋੜ ਮਸ਼ਹੂਰੀਆਂ ਤੇ ਲਾਈ ਫਿਰਦੇ ਨੇ। ਇਹ ਕੰਮ ਕਰਦੇ ਮਸ਼ਹੂਰੀ ਇਹਨਾਂ ਦੀ ਸਰ ਆਪੇ ਹੋ ਜਾਣੀ ਸੀ। ਹੁਣ ਲੋਕ ਫਿਰ ਸਰ ਕਿੱਧਰ ਜਾਣ ਜੀ। ਇਹਨਾਂ ਨੂੰ ਬੜੇ ਚਾਵਾਂ ਕਤਰਾਂ ਨਾਲ ਲਿਆਂਦਾ ਸੀ, ਇਹਨਾਂ ਨੇ ਨਵੇਂ ਚੰਨ ਚਾੜ ਦਿੱਤੇ ਨੇ। ਧੰਨਵਾਦ। ਮਿਹਰਬਾਨੀ। ਬੜੇ ਇੰਟਰਸਟਿੰਗ ਪੁਆਇੰਟ ਸਮੇਵਾਲੀ ਜੀ, ਬਿਲਕੁਲ ਬਰੀਫ ਜੀ ਗੱਲ ਕਰਦੇ ਆ, ਪਰ ਕਈ ਕੁਛ ਹੀ ਕਹਿ ਜਾਂਦੇ ਆ। ਬੜਾ ਲੋਡਡ ਕਮੈਂਟ ਉਹਨਾਂ ਦਾ। ਉਹਨਾਂ ਨੇ ਕਿਹਾ ਕਿ ਕਰੋਨਾ ਵੇਲੇ ਕਿਵੇਂ ਲੋਕ ਵਿਲਖਦੇ ਫਿਰਦੇ ਸੀ, ਭੁੱਖ ਨਾਲ ਮਰ ਰਹੇ ਸੀ, ਤੇ ਇੱਥੇ ਨਵੀਆਂ ਬਿਲਡਿੰਗਾਂ ਬਣ ਰਹੀਆਂ ਸੀ। ਤੇ ਪੰਜਾਬ ਦੇ ਵਿੱਚ ਉਹਨਾਂ ਨੇ ਆਮ ਆਦਮੀ ਪਾਰਟੀ ਬਾਰੇ ਵੀ ਉਹਨਾਂ ਨੇ ਕਿਹਾ ਵਾ ਕਿ ਕਿਵੇਂ ਇੱਥੇ 2-2 ਲੱਖ 3-3 ਲੱਖ ਰੁਪਈਆ ਕਰਜ਼ੇ ਕਰਕੇ ਲੋਕੀ ਫਾਹ ਲੈ ਰਹੇ ਆ, ਤੇ ਸਰਕਾਰ ਜਿਹੜੀ ਆ ਉਹ ਪਤਾ ਨਹੀਂ ਕਿੰਨਾ ਕੁ ਕਰੋੜਾਂ ਰੁਪਈਏ ਜਿਹੜਾ ਵਾ
ਇੱਥੇ 2-2 ਲੱਖ ਜਿਹੜਾ ਵਾ ਉਹ ਦੇ ਕੇ ਜਾਨ ਬਚਾਈ ਜਾ ਸਕਦੀ, ਕਰੋੜਾਂ ਰੁਪਏ ਜਿਹੜੇ ਨੇ ਇਸ਼ਤਿਹਾਰਾਂ 'ਤੇ ਖਰਚ ਕੀਤੇ ਜਾ ਰਹੇ। ਸੋ ਸਹੀ ਗੱਲ ਹੈ, ਮੇਰੇ ਖਿਆਲ ਸਾਰਿਆਂ ਨੂੰ ਹੀ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਬੜਾ ਸੌਖਾ ਹੁੰਦਾ ਕਿਸੇ ਨੂੰ ਕ੍ਰਿਟਿਸਾਈਜ਼ ਕਰਨਾ, ਲੇਕਿਨ ਇਹ ਸਰਕਾਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ, ਦਿੱਲੀ 'ਚ ਭਾਜਪਾ ਦੀ ਸਰਕਾਰ, ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਕਾਂਗਰਸ ਸਰਕਾਰ ਇਹ ਕੀ ਕਰ ਰਿਹਾ ਹੈ? ਮੇਰੇ ਖਿਆਲ ਦੂਜਿਆਂ ਨੂੰ ਕ੍ਰਿਟਿਸਾਈਜ਼, ਦੂਜਿਆਂ ਦੇ ਜਿਹੜੀ ਗਲਤੀਆਂ ਵਾ ਉਹ ਜ਼ਰੂਰ ਦਿਸਦੀਆਂ ਵਾ, ਲੇਕਿਨ ਆਪਣੀਆਂ ਗਲਤੀਆਂ ਜਿਹੜੀਆਂ ਵਾ ਉਹ ਤੁਹਾਨੂੰ ਲੱਗਦਾ ਕਿ ਅਸੀਂ ਜੋ ਕਰ ਰਹੇ ਹਾਂ ਉਹ ਬਿਲਕੁਲ ਸਹੀ ਕਰ ਰਹੇ ਹਾਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ, ਮੈਂ ਰਾਜ ਬੋਲ ਰਿਹਾ ਜੀ। ਜੀ ਰਾਜ। ਹਾਂਜੀ, ਦੇਖੋ ਇੱਕ ਚੀਜ਼ ਤਾਂ ਕਲੀਅਰ ਹੈਗੀ ਹੈ, ਭਾਵੇਂ ਕੋਈ ਮੰਨੇ ਨਾ ਮੰਨੇ, ਹਿੰਦੂ ਰਾਜ ਬਣਾਉਣਾ ਚਾਹੁੰਦੇ ਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ। ਹਰ ਚੀਜ਼ ਉਹ ਵਰਤ ਰਹੇ ਹੈ ਜਿਸ ਦੇ ਨਾਲ ਹਿੰਦੂ ਵੋਟਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਈਆਂ ਜਾਣ। ਦੇਖੋ ਅੰਗਰੇਜ਼ਾਂ ਦੇ ਟਾਈਮ 'ਤੇ ਜੋ ਆਪਣੇ ਲੋਕਾਂ ਦਾ ਹਾਲ ਸੀ ਉਹਨਾਂ ਤੋਂ ਬੱਤਰ ਹੋ ਜਾਣਾ ਜੇ ਦੁਬਾਰਾ BJP ਆ ਗਈ। ਇਹਨਾਂ ਨੇ ਬਿਲਕੁਲ ਯੈਸ ਕਰਕੇ ਤੁਹਾਨੂੰ ਰਹਿਣਾ ਪੈਣਾ। ਕੋਈ ਬੋਲਿਆ ਜਿਹੜਾ ਰਾਜ ਆ ਗਿਆ, ਇਹਨਾਂ ਨੇ ਦੁਬਾਰਾ ਤੋਂ ਜਿਹੜੀ ਆਪੋਜੀਸ਼ਨ ਪਾਰਟੀਆਂ ਬਿਲਕੁਲ ਡਿਮੋਲਿਸ਼ ਕਰ ਦੇਣੀਆਂ ਇਹਨਾਂ ਨੇ। ਜਿਸ ਤਰ੍ਹਾਂ ਹੁਣ ਆਮ ਪਾਰਟੀ ਦੀ ਜਿਸ ਤਰ੍ਹਾਂ ਚੱਲ ਰਹੀ ਗੱਲ, ਹੁਣ ਬਾਹਰਲੇ ਕੰਟਰੀ ਗਿਆ, ਆਸਟ੍ਰੇਲੀਆ ਗਿਆ ਪ੍ਰਾਈਮ ਮਿਨਿਸਟਰ, ਇਹਨੂੰ ਹੋਰ ਕੋਈ ਨਹੀਂ ਫਿਕਰ, ਸਿਰਫ ਸਪੈਸ਼ਲੀ ਇਹਨੂੰ ਡਰ ਹੈ ਕਿ ਸਿੱਖਾਂ ਦੀ ਜਿਹੜੀ ਇਮੇਜ ਜਿਹੜੀ ਬਾਹਰ ਮੁਲਕਾਂ 'ਚ ਬਣੀ ਹੈ ਉਹ ਕਿਸ ਤਰ੍ਹਾਂ ਲੋਕਾਂ ਨੂੰ ਦੱਸਿਆ ਜਾਏ ਕਿ ਟੈਰਰਿਸਟ ਲੋਕ ਹੈਗੇ ਆ। ਉੱਥੇ ਹੁਣ ਕਹਿ ਰਿਹਾ ਕਿ ਮੰਦਰਾਂ ਦੇ ਵਿੱਚ ਇਹ ਕਰ ਰਹੇ 4 ਲਾਈਨਾਂ ਲਿਖਣੀਆਂ, ਖਾਲਿਸਤਾਨ ਜਿੰਦਾਬਾਦ ਨਾਲ ਕੋਈ ਬੰਦਾ ਲਿਖ ਸਕਦਾ ਮੰਦਰ ਦੇ ਉੱਪਰ। ਉਹਨੂੰ ਇੱਕ ਲਾਈਨ ਨੂੰ ਉਹਨੂੰ ਇੰਨਾ ਐਲੀਬਰੇਟ ਕਰਕੇ ਦੱਸਣਾ ਉਹਨਾਂ ਨੂੰ ਕਿ ਕਿੰਨੀ ਤਗੜੀ ਇੱਥੇ ਟੈਰਰਿਸਟ ਗਰੁੱਪ ਹੈਗਾ ਜਿਹੜਾ ਸਿੱਖਾਂ ਦਾ ਜਿਹੜਾ ਇੱਥੇ ਬੈਠਾ ਹੈਗਾ। ਬਲਕਿ ਹਰ ਕੰਟਰੀ ਦੇ ਵਿੱਚ, ਇੰਗਲੈਂਡ ਵਿੱਚ ਜਾਂਦੇ ਉੱਥੇ ਇਹਨਾਂ ਤੁਸੀਂ ਤੁਹਾਡੀ ਵਿਜ਼ਿਟ ਜਿਹੜੀ ਹੈ ਕਿਸ ਕੰਮ ਵਾਸਤੇ ਤੁਸੀਂ ਗਏ ਹੋ? ਪਹਿਲਾਂ ਆਪਣੇ ਕੰਟਰੀ ਨੂੰ ਡਿਵੈਲਪ ਕਰਨ ਵਾਸਤੇ ਗਏ ਹੋ। ਇਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਹ ਚੀਜ਼ ਜ਼ਰੂਰ ਸਿੱਖਾਂ ਤੋਂ ਅੱਜ ਵੀ ਡਰਦੇ ਹੈ ਕਿ ਸਿੱਖ ਲੋਕ ਬਾਹਰਲੇ ਮੁਲਕ ਵਾਲੇ ਜਿਹੜੇ ਹੈ ਸਿੱਖਾਂ ਨੂੰ ਬੜੀ ਬਹਾਦਰ ਕੌਮ ਜਾਣਦੇ, ਕਿਉਂਕਿ ਸਿੱਖਾਂ ਨੇ ਵਰਲਡ ਵਾਰ 'ਚ ਕੀਤਾ ਕੰਮ। ਫਰਾਂਸ ਵਾਲੇ ਜਾਣਦੇ, ਇੰਗਲੈਂਡ ਵਾਲੇ ਜਾਣਦੇ, ਹਰ ਮੁਲਕ ਜਾਣਦਾ ਕਿ ਸਿੱਖਾਂ ਨੂੰ। ਈਵਨ ਇਜ਼ਰਾਈਲ ਵਾਲੇ ਜਾਣਦੇ ਆ ਕਿ ਵਰਲਡ ਵਾਰ ਦੇ ਟਾਈਮ 'ਤੇ ਸਿੱਖਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ। ਉਹਨਾਂ ਨੇ ਇਮੇਜ ਬਣਿਆ ਹੋਇਆ ਸਿੱਖਾਂ ਦਾ। ਇਹਦੀ ਕੋਸ਼ਿਸ਼ ਹੈਗੀ ਹੈ ਉਹਨਾਂ ਦੇ ਇਮੇਜ ਡਿਮੋਲਿਸ਼ ਕਰਨ ਵਾਸਤੇ। ਪਰ ਇਮੇਜ ਜਿਹੜਾ ਰਾਸ਼ਟਰਪਤੀ ਨੂੰ ਜੇ ਸੱਦ ਲੈਂਦੇ ਤੇ ਉਹਦੇ ਨਾਲ ਕਿਵੇਂ ਫਰਕ ਪੈਣਾ ਸੀਗਾ? ਜੋ ਵੀ ਮਨਸੂਬਾ ਵਾ ਉਹ ਤੇ ਉਸੇ ਤਰ੍ਹਾਂ ਹੀ ਚੱਲ ਸਕਦਾ ਸੀ। ਰਾਸ਼ਟਰਪਤੀ ਨੂੰ ਕਿਉਂ ਨਹੀਂ ਸੱਦਿਆ ਪਹਿਲਾਂ ਇਨੋਗ੍ਰੇਸ਼ਨ ਕਰਨ ਵਾਸਤੇ? ਰਾਜ ਬਿਲਕੁਲ ਸੱਦਣਾ ਚਾਹੀਦਾ, ਕੋਈ ਪ੍ਰੋਬਲਮ ਹੈ ਹੀ ਨਹੀਂ। ਮੈਨੂੰ ਸਮਝ ਨਹੀਂ ਆਈ ਕਿਉਂ ਨਹੀਂ ਸੱਦਿਆ। ਇਹਦੇ ਕੋਈ ਕਿਹੜੀ ਅੜਚਨ ਹੈਗੀ ਇਹਦੇ ਵਿੱਚ? ਰਾਸ਼ਟਰਪਤੀ ਇਤਨੀ ਜਿਹੜੀ ਹੁੰਦੀਆਂ ਜਿਹੜੀ ਜਮਾਤ ਹੈਗੀਆਂ ਏਅਰ ਫੋਰਸ ਸਾਰਿਆਂ ਦਾ ਹੈਡ ਹੈਗਾ ਉਹ, ਉਹਨੂੰ ਸੱਦਣਾ ਕੋਈ ਮੇਜਰ ਪ੍ਰੋਬਲਮ ਨਹੀਂ ਸੀ ਹੈਗੀ। ਪਤਾ ਨਹੀਂ ਇਹਦੇ 'ਚ ਕਿਉਂ ਉਹਨਾਂ ਨੂੰ ਲੱਗਦਾ ਪਿਆ। ਮਿਹਰਬਾਨੀ, ਥੈਂਕ ਯੂ ਰਾਜ, ਥੈਂਕ ਯੂ। ਬਹੁਤੇ ਜਿਹੜੇ ਕਾਲਰ ਸਾਡੇ ਅੱਜ ਆਏ ਨੇ, ਆਲਮੋਸਟ 100% ਕਾਲਰ, ਉਹਨਾਂ ਦਾ ਇਹੋ ਹੀ ਵਿਚਾਰ ਆ ਕਿ ਰਾਸ਼ਟਰਪਤੀ ਨੂੰ ਹੀ ਇਨੋਗ੍ਰੇਸ਼ਨ ਲਈ ਸੱਦਣਾ ਚਾਹੀਦਾ ਸੀ। ਇੱਕ ਦੋ ਨੇ ਇਹ ਵੀ ਕਿਹਾ ਕਿ ਬਾਹਰੋਂ ਵੀ ਕੋਈ ਡਿਗਨਿਟਰੀ ਸੱਦਿਆ ਜਾ ਸਕਦਾ ਸੀ, ਜਿੱਥੇ ਲੋਕਤਾਂਤਰਿਕ ਪਰੰਪਰਾਵਾਂ ਬਹੁਤ ਵਧੀਆ ਵਾ, ਉੱਥੋਂ ਦੇ ਬੰਦੇ ਵੀ, ਉੱਥੋਂ ਦਾ ਸਪੀਕਰ ਜਾਂ ਉੱਥੋਂ ਦਾ ਕੋਈ ਮੁਖੀ ਜਿਹੜਾ ਵਾ ਉਹ ਵੀ ਸੱਦਿਆ ਜਾ ਸਕਦਾ ਸੀ ਇਨੋਗ੍ਰੇਸ਼ਨ ਵਾਸਤੇ। ਇੱਕ ਚੰਗਾ ਜੈਸਚਰ ਹੋਣਾ ਸੀ, ਲੇਕਿਨ ਸਰਕਾਰ ਦੀ ਆਪਣੀ ਮਨਸ਼ਾ ਵਾ, ਉਹ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਮੇਰਾ ਥੋੜਾ ਜਿਹਾ ਨਾ ਸਾਰੇ ਕਾਲਾਂ ਤੋਂ ਅਲੱਗ ਸਿਸਟਮ ਆ। ਮੈਂ ਇਕਬਾਲ ਸਿੰਘ ਬੋਲਦਾ ਜੀ, ਬਰੈਂਪਟਨ ਤੋਂ। ਹਾਂਜੀ ਇਕਬਾਲ ਜੀ। ਤੇ ਮੇਰਾ ਬੇਨਤੀ ਹੈ ਵੀ ਅੱਜ ਕੱਲ੍ਹ ਯੁੱਗ ਸਾਰਾ ਕੰਪਿਊਟਰਾਈਜ਼ ਹੋ ਗਿਆ, ਸਭ ਈਮੇਲਾਂ ਤੇ ਸਭ ਚੀਜ਼ਾਂ ਹੋ ਗਈਆਂ। ਆਪਾਂ ਨੂੰ ਇੰਨੇ ਸੰਸਦ ਮੈਂਬਰਾਂ ਦੀ ਲੋੜ ਕੀ ਪਈ ਆ? ਤੁਸੀਂ ਆਪਦੀ ਲਾਈਫ 'ਚ ਦੇਖੋ ਵੀ ਕੋਈ ਸਾਡਾ ਕੰਮ ਕਰਨ ਆਇਆ ਉੱਥੇ ਪੰਜਾਬ 'ਚ, ਜਾਂ ਕੋਈ ਤੁਹਾਡੇ ਪਿੰਡ ਆਇਆ ਕਿਤੇ? ਆਪਾਂ ਨੂੰ ਤੁਸੀਂ ਕਹਿੰਦੇ ਵੀ 600 ਬੰਦਾ ਹੋ ਸਕਦਾ, ਸਾਨੂੰ ਲੋੜ ਕੀ ਹੈ 600 ਬੰਦਾ ਕਰਨ ਦੀ? ਜਿੰਨੇ ਵੀ ਵੱਡੇ ਤੁਸੀਂ ਇਹ ਕਰੀ ਜਾਵੋਗੇ ਓਨਾ ਹੀ। ਅਤੇ ਨਾਲੇ ਸਾਰਾ ਉਹ ਅੱਜ ਤਾਂ ਡਿਜੀਟਲ ਕਰੰਸੀ ਕਿ ਨਹੀਂ ਵੱਧ ਰਿਹਾ, ਤੇ ਤੁਸੀਂ ਕਹਿੰਦੇ ਵੀ ਨਵੇਂ ਭਵਨ ਬਣਾ ਕੇ 600 ਬੰਦਾ ਇੱਥੇ ਸਾਡੇ ਤੇ ਹੋਰ ਰਾਜ ਕਰਨ ਲਾ ਦੇ। ਨਹੀਂ, ਪਰ ਫਿਰ ਆਪਾਂ ਡੈਮੋਕ੍ਰੇਸੀ ਲੋਕਾਂ ਦੀ ਆਵਾਜ਼, ਇਹਨੂੰ ਡੈਮੋਕ੍ਰੇਸੀ ਨਹੀਂ ਕਹਿ ਰਹੇ ਤੁਸੀਂ। ਇਹ ਡੈਮੋਕ੍ਰੇਸੀ ਉਹ ਹੁੰਦੀ ਆ ਜਿਹਦੇ ਵਿੱਚ ਕੋਈ ਬੰਦਾ ਤੰਗ ਨਾ ਹੋਵੇ, ਕਿਸੇ ਨੂੰ ਹਰੇਕ ਬੰਦੇ ਦੇ ਹੱਕ ਮਿਲਣ, ਉਹ ਡੈਮੋਕ੍ਰੇਸੀ ਹੁੰਦੀ ਆ। ਨਾ ਕਿ ਸਾਡੇ ਤੇ ਹੁਣ 500 ਤੋਂ ਵਧਾ, ਇੱਕ ਮਿੰਟ ਸੌਰੀ ਮਾਫੀ ਮੰਗਣਾ, 443 ਜਾਂ ਜਿੰਨੇ ਵੀ ਹੈਗੇ ਤੁਹਾਡੇ, ਉਦੋਂ ਬਿਠਾ ਕੇ ਸਾਡੇ ਤੇ 600 ਬੰਦਾ ਰਾਜ ਕਰਨ ਲਾ ਦੋ। ਉਹ ਤਾਂ ਉਹਨਾਂ ਨੇ ਆਪਦੇ ਬੰਦੇ ਹੀ ਕਰਨੇ ਆ, ਆਪਾਂ ਨੂੰ ਲੋੜ ਹੀ ਕੀ ਆ? ਕਿਹੜਾ ਕਿਸੇ ਦੇ ਜਾਂਦਾ? ਹੁਣ ਸਾਰਾ ਕੰਪਿਊਟਰਾਈਜ਼ਡ ਸਿਸਟਮ ਆ। ਗਵਰਨੈਂਸ ਦਾ ਕੀ ਸਿਸਟਮ ਮਾਰੋ, ਜਿੱਥੇ ਮਰਜ਼ੀ ਚਲੇ ਜਾਓ, ਜਿੱਥੇ ਮਰਜ਼ੀ ਟਿਕਟ ਬੁੱਕ ਕਰਾ ਲਓ, ਜਿੱਥੇ ਮਰਜ਼ੀ ਜੋ ਮਰਜ਼ੀ ਕਰ ਲਓ। ਇਹਦੇ ਵਿਚਾਰ ਦੇ ਦਿਓ ਆਪਦੇ। ਗਵਰਨੈਂਸ ਦਾ ਕੀ ਸਿਸਟਮ ਹੋਣਾ ਚਾਹੀਦਾ ਫਿਰ? ਤੁਸੀਂ, ਤੁਹਾਡਾ ਮਤਲਬ ਆ ਵੀ, ਤੁਹਾਡਾ ਕਹਿਣਾ ਵਾ ਵੀ ਚੋਣਾਂ ਦੇ ਵਿੱਚ ਆਪਾਂ ਕਿਉਂ ਲੋਕ ਸਭਾ ਮੈਂਬਰ ਚੁਣ ਕੇ ਉੱਥੇ ਭੇਜਦੇ ਆ? ਇਹ ਕਹਿਣਾ ਮਤਲਬ ਲੋੜ ਹੀ ਨਹੀਂ ਸਾਨੂੰ ਇਹਨੇ ਮੈਂਬਰਾਂ ਦੀ, ਨਾ ਕੈਨੇਡਾ 'ਚ ਨਾ ਇੰਡੀਆ 'ਚ। ਸਰ ਜੀ ਕੋਈ ਲੋੜ ਨਹੀਂ।
ਕਿੰਨੇ ਘੱਟ ਤੋਂ ਘੱਟ ਆਪਣੇ ਤੇ ਮੈਂਬਰ ਹੋਣਗੇ। ਹੁਣ ਤੁਸੀਂ ਇੱਕ ਮਿੰਟ ਮਾੜਾ ਬੇਨਤੀ ਆ, ਪੰਜਾਬ 'ਚ 22 ਜ਼ਿਲ੍ਹਿਆਂ ਦਾ ਹੋ ਗਿਆ, ਪੰਜਾਬ 'ਚ 22-23 ਜ਼ਿਲ੍ਹੇ ਹੋ ਗਏ, ਉਹਦਾ ਕੁਛ ਹੋ ਗਿਆ? ਇੱਕ ਜ਼ਿਲ੍ਹੇ ਦਾ ਇੱਕ DSP ਲੱਗ ਗਿਆ, ਇੱਕ ਜ਼ਿਲ੍ਹੇ ਦਾ SSP ਲੱਗ ਗਿਆ, ਉਹ ਸਾਡੇ ਤੇ ਖਰਚਾ ਹੀ ਖੜਾ ਹੋਇਆ ਨਾ। ਪਰ ਫਿਰ ਲੋਕਾਂ ਦੀ ਸਰਕਾਰ ਦੇ ਵਿੱਚ ਆਵਾਜ਼ ਲੋਕਾਂ ਦੀ ਕੀ, ਉਹ ਲੋਕ ਉਹੀ ਲੋਕ ਨੇ ਜਿਹੜੇ ਕਹਿੰਦੇ ਵੀ ਮੈਂ ਆਪਦੇ ਬੰਦੇ ਨੂੰ ਐਡਜਸਟ ਕਰਾ ਦੂੰਗਾ, ਮੈਂ ਫਲਾਣੇ ਨੂੰ ਕਰਾ ਦੂੰਗਾ, ਤੁਸੀਂ ਆਪਦੇ ਬੰਦੇ ਨੂੰ, ਮੈਂ ਆਪਦੇ ਨੂੰ। ਉਹ ਲੋਕਾਂ ਕਰਕੇ, ਵੋਟਾਂ ਕਰਕੇ ਇਹ ਚੀਜ਼ਾਂ ਹੋ ਰਹੀਆਂ। ਨਹੀਂ ਸਾਡੇ ਪੰਜਾਬ ਵਰਗਾ ਥੋੜਾ 200 ਕਿਲੋਮੀਟਰ ਦਾ ਖੇਤਰ ਆ, 300 ਕਿਲੋਮੀਟਰ ਦਾ ਹੋਊਗਾ ਵੱਧ ਤੋਂ ਵੱਧ, ਉੱਥੇ ਸਾਡੇ 25 ਜ਼ਿਲ੍ਹੇ ਹੋਏ ਪਿਆ। ਮਿਹਰਬਾਨੀ ਭਾਈ ਸਾਹਿਬ ਨੇ ਵਿਚਾਰ ਦੇ ਦਿਓ ਪਲੀਜ਼। ਬਹੁਤ ਇੰਟਰਸਟਿੰਗ ਕਮੈਂਟ ਭਾਈ ਸਾਹਿਬ ਨੇ ਰੇਜ਼ ਕੀਤਾ ਵਾ ਕਿ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ ਸਾਡਾ, ਵੀ ਅਸੀਂ ਆਪਣੇ ਮੈਂਬਰ ਪਾਰਲੀਮੈਂਟ ਚੁਣਦੇ ਹਾਂ, ਅਸੀਂ ਵਿਧਾਨ ਸਭਾ ਦੇ ਮੈਂਬਰ ਚੁਣਦੇ ਹਾਂ, ਇਸ ਸਿਸਟਮ ਦੇ ਵਿੱਚ ਤਬਦੀਲੀ ਦੀ ਲੋੜ ਆ। ਬਹੁਤ ਨਵਾਂ ਇੱਕ ਵਿਚਾਰ ਆ ਇਹਦੇ 'ਤੇ। ਮੇਰੇ ਖਿਆਲ ਆਪਣੇ ਲੋਕਾਂ ਨੇ, ਬਹੁਤ ਲੋਕਾਂ ਨੇ ਇਹਦੇ 'ਤੇ ਕੋਈ ਆਪਣਾ ਮਾਈਂਡ ਜਿਹੜਾ ਵਾ ਅਪਲਾਈ ਨਹੀਂ ਕੀਤਾ, ਪਰ ਇੱਕ ਨਵੀਂ ਸੋਚ ਹੈ ਉਹਨਾਂ ਦੀ ਕਿ ਆਪਾਂ ਇਹ ਕਿਉਂ ਪੈਸਾ ਖਰਚ ਕਰਦੇ ਹਾਂ ਚੋਣਾਂ 'ਤੇ, ਕਿਉਂ ਵਿਧਾਨ ਸਭਾ ਦੇ ਮੈਂਬਰ ਚੁਣਦੇ ਹਾਂ, ਕਿਉਂ ਲੋਕ ਸਭਾ ਦੇ ਮੈਂਬਰ ਚੁਣਦੇ ਹਾਂ, ਕਿਉਂ ਰਾਜ ਸਭਾ ਦੇ ਮੈਂਬਰ ਭੇਜਦੇ ਹਾਂ, ਇਹ ਕਿਉਂ ਇਹ ਖਰਚਾ ਕਰਦੇ ਹਾਂ, ਕਿਉਂ ਅਸੀਂ ਵੱਖਰੇ ਵੱਖਰੇ ਜ਼ਿਲ੍ਹੇ ਛੋਟੇ ਬਣਾਈ ਜਾਂਦੇ ਹਾਂ, ਉੱਥੇ ਅਫਸਰ ਤਾਇਨਾਤ ਕਰਦੇ, ਉਹਨਾਂ 'ਤੇ ਖਰਚ ਹੁੰਦਾ ਵਾ, ਨਵੀਆਂ ਇਮਾਰਤਾਂ ਬਣਦੀਆਂ ਵਾ। ਸੋ ਇੱਕ ਨਵਾਂ ਸਿਸਟਮ ਖੜਾ ਕਰਨ ਦੀ ਲੋੜ ਆ, ਕਿਉਂਕਿ ਹੁਣ ਕੰਪਿਊਟਰ ਦਾ ਜ਼ਮਾਨਾ ਵਾ, ਇੰਟਰਨੈਟ ਦਾ ਜ਼ਮਾਨਾ ਵਾ, ਸਾਰਿਆਂ ਦੀ ਆਵਾਜ਼ ਜਿੱਥੇ ਵੀ ਬੈਠੇ ਉੱਥੋਂ ਆਵਾਜ਼ ਉਠਾਈ ਜਾ ਸਕਦੀ ਹੈ। ਪਰ ਫਿਰ ਵੀ ਕੋਈ ਨਾ ਕੋਈ ਢੰਗ ਤਰੀਕਾ ਤਾਂ ਲੱਭਣਾ ਹੀ ਪਊਗਾ ਨਾ। ਆਫਟਰ ਆਲ ਜੇ ਮੁਲਕ ਦੀ 34 ਕਰੋੜ ਜਾਂ 35 ਕਰੋੜ ਦੀ ਆਬਾਦੀ, ਉਹ ਸਾਰੇ ਇਕੱਠੇ ਤੇ ਕਿਵੇਂ ਉਹਨਾਂ ਦੀ ਆਵਾਜ਼ ਸੁਣੀ ਜਾ ਸਕੇ, ਉਹਨਾਂ ਦੇ ਨੁਮਾਇੰਦੇ ਕਿਵੇਂ ਚੁਣੇ ਜਾਣ। ਪਰ ਇੱਕ ਇੰਟਰਸਟਿੰਗ ਵਿਚਾਰ ਆ ਜਿਹਦੇ ਵੱਲ ਕਿਸੇ ਮੁਲਕ ਨੇ ਧਿਆਨ ਨਹੀਂ ਕੀਤਾ, ਲੇਕਿਨ ਨਵਾਂ ਆਈਡੀਆ ਆਇਆ ਵਾ, ਨਵੇਂ ਆਈਡੀਆਜ਼ ਆ ਰਹੇ ਆ। ਸੋ ਮੇਰੇ ਖਿਆਲ ਅਗਲੇ ਦਿਨਾਂ ਦੇ ਵਿੱਚ ਇਹਦੇ ਉੱਪਰ ਵੀ ਵਿਚਾਰ ਕਰਨ ਦੀ ਲੋੜ ਆ ਕਿ ਜੇ ਸਾਡੇ ਲੋਕਤਾਂਤਰਿਕ ਢਾਂਚੇ ਦੇ ਵਿੱਚ ਬਦਲਾਵ ਲਿਆਂਦਾ ਜਾਵੇ ਤਾਂ ਕਿਹੋ ਜਿਹਾ ਬਦਲਾਵ ਹੋਣਾ ਚਾਹੀਦਾ। ਭਾਈ ਸਾਹਿਬ, ਮੈਂ ਓਨੈਸਟਲੀ ਜਿਹੜੇ ਕਾਲਰ ਸਨ ਉਹਨਾਂ ਨੂੰ ਮੈਂ ਸੰਬੋਧਿਤ ਕਰ ਰਿਹਾ ਵਾਂ, ਮੈਂ ਇਹਦੇ ਉੱਪਰ ਆਪਣਾ ਮਾਈਂਡ ਅਪਲਾਈ ਨਹੀਂ ਕੀਤਾ, ਇਹਦੇ 'ਤੇ ਜ਼ਰੂਰ ਵਿਚਾਰ ਚਰਚਾ ਕਰਾਂਗੇ ਕਿਸੇ ਵੇਲੇ। ਸੋ ਇਸ ਕਰਕੇ ਮੈਂ ਹਾਲੀ ਤੁਹਾਡੀ ਗੱਲ ਦਾ ਬਹੁਤਾ ਜਵਾਬ ਨਹੀਂ ਦੇ ਸਕਦਾ, ਪਰ ਤੁਹਾਡਾ ਵਿਚਾਰ ਜ਼ਰੂਰ ਇੱਕ ਨਵਾਂ ਵਿਚਾਰ ਹੈ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਈ ਸਾਹਿਬ। ਮੈਂ ਲਾਲ ਸਿੰਘ ਜੀ, ਲਾਲ ਸਿੰਘ ਜੀ। ਲਾਲ ਸਿੰਘ ਜੀ, ਸੰਧੂ ਸਾਹਿਬ, ਜਿਵੇਂ ਕਾਂਗਰਸ ਵਾਲੇ ਨੇ, ਇਹਨਾਂ ਤਾਂ ਬਿਲਕੁਲ ਹੀ ਨਹੀਂ ਵਿਰੋਧ ਕਰਨਾ ਚਾਹੀਦਾ। 1987 ਦੇ ਵਿੱਚ ਰਾਜੀਵ ਗਾਂਧੀ ਨੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਸੀ ਕਿ ਉਦੋਂ ਇਹਨਾਂ ਨੇ ਬੁਲਾਇਆ ਸੀਗਾ ਰਾਸ਼ਟਰਪਤੀ ਨੂੰ, ਤੇ ਉਸ ਤੋਂ ਅੱਗੇ ਚਲੇ ਜਾਈਏ ਤੇ ਪਿੱਛੇ 75 ਦੀ ਵੀ ਗੱਲ ਕਰੀਏ, ਇੰਦਰਾ ਗਾਂਧੀ ਨੇ ਵੀ ਉਦਘਾਟਨ ਕੀਤਾ ਸੀ ਕਿ ਉਦੋਂ ਬੁਲਾਇਆ ਸੀਗਾ ਰਾਸ਼ਟਰਪਤੀ ਨੂੰ। ਇਹ ਜਿਹੜਾ ਮੌਕੇ ਵੀ ਸਰਕਾਰ ਦੇ ਵਿੱਚ ਹੁੰਦਾ ਸੰਧੂ ਸਾਹਿਬ, ਉਹ ਇਹੀ ਕਰਦੇ ਨੇਗੇ। BJP ਦੀ ਤਾਂ ਮਨਸੀ ਇਹੀ ਹੈ ਜਿਹੜੀ ਭਾਈ ਸਾਹਿਬ ਗੱਲ ਕਹਿ ਕੇ ਗਏ ਨੇ ਵੀ ਚੋਣਾਂ ਦੇ ਬਾਰ-ਬਾਰ ਖਰਚਾ ਹੁੰਦਾ, ਚੋਣਾਂ ਬੰਦ ਹੀ ਕੀਤੀਆਂ ਜਾਣ। ਕੋਈ ਸੱਤਿਆਪਾਲ ਮਲਕ ਦਾ ਦੇਖ ਲਓ ਨਾ ਕੱਢ ਕੇ, ਉਹ ਕਹਿੰਦੇ ਕਿ ਨੇ ਵੀ ਜੇ BJP ਨੂੰ ਨਹੀਂ ਹਰਾਇਆ ਤਾਂ ਚੋਣਾਂ ਇੱਕ ਦਿਨ ਬੰਦ ਹੀ ਹੋ ਜਾਣਗੀਆਂ। ਇਹਨਾਂ ਦੀ ਮੰਗਤਾ BJP ਦੀ ਆਦਤ ਇਹੀ ਹੈ, ਇਹਨਾਂ ਨੂੰ ਅੰਦਰੋਂ ਪੜ੍ਹਨ ਦੀ ਲੋੜ ਕਰਨਾ ਚਾਹੁੰਦੇ ਨੇ। ਲਾਲ ਸਿੰਘ ਜੀ ਬੁਲਾਡਾ ਜੀ, ਲਾਲ ਸਿੰਘ ਜੀ, ਮੈਨੂੰ ਇਹ ਦੱਸੋ, ਦੇਖੋ ਪਾਰਲੀਮੈਂਟ ਦੀ ਬਿਲਡਿੰਗ ਇਨੋਗਰੇਸ਼ਨ ਔਰ ਇੱਕ ਲਾਇਬ੍ਰੇਰੀ ਦੀ ਇਨੋਗਰੇਸ਼ਨ 'ਚ ਫਰਕ ਨਹੀਂਗਾ। ਇੱਕ ਐਨੈਕਸੀ ਦੀ ਇਨੋਗਰੇਸ਼ਨ ਔਰ ਪਾਰਲੀਮੈਂਟ ਦੀ ਬਿਲਡਿੰਗ ਦੇ ਵਿੱਚ ਫਰਕ ਨਹੀਂਗਾ ਕੋਈ। ਆਪਾਂ ਕਹਿੰਦੇ ਹਾਂ ਵੀ ਕਾਂਗਰਸ ਨੇ ਵੀ ਇਹ ਕੀਤਾ, ਕਾਂਗਰਸ ਨੇ ਗਲਤੀਆਂ ਕੀਤੀਆਂ ਵਾ, ਬਲੂ ਸਟਾਰ ਵੇਲੇ ਕਮਾਂਡਰ ਇਨ ਚੀਫ ਨੂੰ ਨਹੀਂ ਪੁੱਛਿਆ। ਸੋ ਗਲਤੀਆਂ ਕੀਤੀਆਂ, ਮੈਂ ਨਹੀਂ ਮੰਨਦਾ ਵੀ ਗਲਤੀਆਂ ਨਹੀਂ ਕੀਤੀਆਂ, ਲੇਕਿਨ ਆਪਾਂ ਦੋਵਾਂ ਦੀ ਤੁਲਨਾ ਕਰਨੀ ਜਿਹੜੀ ਆ ਉਹ ਮੇਰੇ ਖਿਆਲ ਸਹੀ ਨਹੀਂ। ਦੇਸ਼ ਦੇ ਰਾਸ਼ਟਰਪਤੀ ਦੀ ਗੱਲ ਤਾਂ ਰਿਸਪੈਕਟ ਦੀਆਂ ਹੁੰਦੀਆਂ ਨਹੀਂ ਜੀ, ਵੀ ਦੇਸ਼ ਦੇ ਰਾਸ਼ਟਰਪਤੀ ਦੀ ਰਿਸਪੈਕਟ ਕਰਨੀ, ਦੇਸ਼ ਦੀ ਰਿਸਪੈਕਟ ਕਰਨੀ। ਕਿਉਂ ਉਹ ਇੱਕ ਸਾਰੇ ਦਾ ਸਾਂਝਾ ਚੁਣਿਆ ਹੋਇਆ ਨੁਮਾਇੰਦਾ ਹੁੰਦਾ ਗਾ, ਇਕੱਲਾ ਰਾਸ਼ਟਰਪਤੀ ਇਹਨਾਂ ਦਾ ਨਹੀਂ ਹੁੰਦਾ, ਸਾਰੀ ਇੰਡੀਆ। ਬਾਕੀ ਠੀਕ ਹੈ, ਰਿਸਪੈਕਟ ਕਰਨੀ ਬਣਦੀ ਹੈ ਰਾਸ਼ਟਰਪਤੀ। ਬਾਕੀ ਸਤਿਆਪਾਲ ਮਲਿਕ ਦੀ ਤੁਸੀਂ ਗੱਲ ਕੀਤੀ ਆ, ਸਤਿਆਪਾਲ ਮਲਿਕ ਨੂੰ ਇਹ ਵੀ ਪੁੱਛਣਾ ਚਾਹੀਦਾ ਵਾ। ਠੀਕ ਹੈ, ਉਹ ਕਈ ਗੱਲਾਂ ਬੜੀਆਂ ਵਧੀਆ ਕਰ ਰਹੇ ਆ, ਮੈਂ ਵੀ ਉਹਨਾਂ ਦੀਆਂ ਗੱਲਾਂ ਮੈਨੂੰ ਵੀ ਪਸੰਦ ਆ, ਲੇਕਿਨ ਜਦੋਂ ਜੰਮੂ ਕਸ਼ਮੀਰ ਦੇ ਗਵਰਨਰ ਸੀਗੇ ਉਦੋਂ ਫੈਸਲਾ ਹੋਇਆ ਵੀ ਜੰਮੂ ਕਸ਼ਮੀਰ ਨੂੰ ਤੋੜਨਾ ਵਾ, 370 ਧਾਰਾ ਖਤਮ ਕਰਨੀ ਆ, ਉਹਦੇ ਤੇ ਨਾਲ ਉਹਨਾਂ ਨੇ ਸਹਿਮਤੀ ਦਿੱਤੀ ਨਾ, ਉਹਨਾਂ ਨੇ ਕਿਹੜਾ ਅਸਤੀਫਾ ਦੇ ਦਿੱਤਾ ਸੀ ਉਦੋਂ। ਕਈ ਵਾਰ ਸੰਧੂ ਸਾਹਿਬ ਬੰਦੇ ਦੀ ਆਤਮਾ ਮੌਕੇ ਤੇ ਨਹੀਂ ਜਾਗਦੀ ਹੈਗੀ, ਜਦੋਂ ਬਾਅਦ ਚ ਬੰਦਾ ਬਾਅਦ ਚ ਜਾਗਦੀ ਆਤਮਾ। ਇਹੋ ਹੀ ਮੈਂ ਕਹਿਣਾ ਚਾਹੁੰਦਾ ਵੀ ਕਈ ਲੋਕਾਂ ਦੀ ਆਤਮਾ ਵੀ ਬਾਅਦ ਜਾਗਦੀ ਹੈ। ਮਿਹਰਬਾਨੀ। ਲਾਸਟ ਕਾਲ ਲੈ ਕੇ ਮੈਂ ਪ੍ਰੋਗਰਾਮ ਦੀ ਸਮਾਪਤੀ ਕਰੂੰਗਾ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ। ਖੈਰ ਅਗਲੀ ਕਾਲ ਡ੍ਰੌਪ ਹੋ ਗਈ ਕਿਉਂਕਿ ਸਮਾਂ ਖਤਮ ਹੋ ਗਿਆ ਵਾ। ਸੋ ਬਹੁਤ ਅੱਛੇ ਵਿਚਾਰ ਚਰਚਾ ਸੀ ਔਰ ਅਸੀਂ ਆਸ ਕਰਦੇ ਹਾਂ ਕਿ ਹਾਲੀ ਵੀ 2-3 ਦਿਨ ਹੈਗੇ ਆ। ਸਰਕਾਰ ਜਿਹੜੀ ਆ ਉਹ ਲੋਕਾਂ ਦੀ ਆਵਾਜ਼, ਆਪੋਜੀਸ਼ਨ ਦੀ ਆਵਾਜ਼ ਦੀ ਕਦਰ ਕਰਦੇ ਹੋਇਆਂ ਆਪਣਾ ਫੈਸਲਾ ਬਦਲੂਗੀ ਔਰ ਰਾਸ਼ਟਰਪਤੀ ਨੂੰ ਨਿਯੋਤਾ ਦੇ ਕੇ ਉਹਨਾਂ ਤੋਂ ਇਨੋਗਰੇਸ਼ਨ ਕਰਾ ਦੂਗੀ, ਉਹਨਾਂ ਤੋਂ ਉਦਘਾਟਨ ਕਰਵਾ ਦੂਗੀ।
ਉਹਦੇ ਨਾਲ ਇੱਕ ਨਵੀਂ ਸ਼ੁਰੂਆਤ, ਨਵੀਂ ਪਰੰਪਰਾ ਜਿਹੜੀ ਆ ਉਹ ਸ਼ੁਰੂ ਹੋ ਸਕਦੀ ਹੈ। ਵਿਰੋਧੀ ਧਿਰਾਂ ਵੀ ਉਹਦੇ 'ਚ ਹਿੱਸਾ ਲੈ ਲੈਣਗੀਆਂ ਔਰ ਨਵਾਂ ਪਾਰਲੀਮੈਂਟ ਬਿਲਡਿੰਗ ਬਣੀ ਆ। ਸ਼ੁਭ ਕੰਮ ਜਿਹੜਾ ਵਾ ਸ਼ੁਭ ਤਰੀਕੇ ਨਾਲ ਹੋਣਾ ਚਾਹੀਦਾ ਵਾ। ਸੋ ਅਸੀਂ ਆਸ ਕਰਦੇ ਹਾਂ ਕਿ ਸਰਕਾਰ ਆਪਣਾ ਫੈਸਲਾ ਰਿਵਾਈਜ਼ ਕਰੂਗੀ ਔਰ ਰਾਸ਼ਟਰਪਤੀ ਤੋਂ ਹੀ ਇਹ ਉਦਘਾਟਨ ਜਿਹੜਾ ਵਾ ਇਹ ਕਰਵਾਇਆ ਜਾਊਗਾ। ਅਸੀਂ ਇਸ ਆਸ ਦੇ ਨਾਲ ਪ੍ਰੋਗਰਾਮ ਅੱਜ ਖਤਮ ਕਰ ਰਹੇ ਹਾਂ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।